सतनाम श्री वाहिगुरु साहिब जीओ। चौपाई काया आद कपड़ कूड़े, इन बिलोक पूलत हैं मुए। हमरे एहो ना किसों काजा, जाए दीजिए आपन राजा। वाहिगुरु जी का खालसा, वाहिगुरु जी की फतेह। तेग बहादुर सिमरे, घर नौ नित आवे धाए। सब थाई होए सहाय, ऐसे धर्म तुरंतर बैराग स्वरूप, त्याग स्वरूप, अनुराग स्वरूप धन गुरु तेग बहादुर पातशाह जी दे पावन पवित्र इतिहासिक स्थान गुरुद्वारा श्री दुख निवारण साहिब की पावन धरती, पूजन योग ये धरती है। जिथे जाए वह मेरा सतगुरु, सो थान सुहावा राम राजे। इस धरती ते तख्तां ते सुभाईमान शब्द गुरु आज्ञा भई अकाल की, तबे चलायो पंथ सब सिखन को हुक्म है। गुरु मान्यो ग्रंथ, धन धन श्री गुरु ग्रंथ साहिब महाराज जी दी पावन पवित्र गोद विच सुभाईमान गुरु सवारी गुरु खालसा सत संगत जीओ। आप समूह संगतां अत्यंत वड्डे भागां वाले हो। रोज ही अपने नेम अनुसार शाम दे दीवाना विच हाजरियां भर के गुरु इतिहास की कथा श्रवण करते हो। गुरु नानक पातशाह का पावन इतिहास जो साडे जीवन विच रंग लिया रहा है खालसा जीओ। कथा ते ओ है जो जीवन विच बदलाव पैदा करे, रूहानी रस पैदा करे, औगुणा का त्याग करे, सहज रस प्रदान करे। वो कथा है। सुन हर कथा उतारी मैल। गुरु नानक पातशाह दी ये बख्शिशां साडे हिरदे दी अंतशकरण दी मैल नूं दूर करदियां हन। महाराज जिथे जिथे धरती गए, नौखंड धरती नूं महाराज जी ने भाग लाए। सिंगला दीप वो टापू जिथे भाई मनसुख जी गए, राजे नूं लाग लगाती। राजा उड़ीकदा है भी ऐसे गुरु नानक पातशाह परमात्मा स्वरूप मेरे कोल आउण, मनु दर्शन देण। उहदी उड़ीक, उहदा प्यार गुरु नानक पातशाह नूं खिंच के रह गया। उत्थे गुरु नानक महाराज पहुंचे हन सिंगला दीप की धरती उत्ते। बार बार एक सुक्का बाग पिया सी। पातशाह ने जाके चरण पाए, सूखे हरे किए खिन माहे। वो बाग खिन विच सुक्का हरिया भरिया हो गया। खालसा जी बाग दा माली वेखदा है कि मैं बाग की बड़ी सेवा करदा, पर मेरे तो बाग नहीं हरिया भरिया होया।
ਬਹੁਤ ਸੰਤ ਮਹਾਤਮਾ ਆਏ ਇਸ ਬਾਗ ਵਿੱਚ, ਉਹਨਾਂ ਕਰਕੇ ਬਾਗ ਹਰਿਆ ਭਰਿਆ ਨਹੀਂ ਹੋਇਆ। ਇਹ ਕੌਣ ਹਨ? ਜਿਨ੍ਹਾਂ ਦੇ ਚਰਨ ਪੈਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ। ਦੌੜ ਕੇ ਗਿਆ ਆਪਣੇ ਰਾਜੇ ਸ਼ਿਵਨਾਭ ਕੋਲ, ਕਹਿਣ ਲੱਗਾ, ਰਾਜਾ ਜੀ, ਆਪਣੇ ਬਾਗ ਵਿੱਚ ਕੋਈ ਸੰਤ ਆਏ ਹਨ ਜਿਨ੍ਹਾਂ ਦੇ ਚਰਨ ਪੈਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ। ਰਾਜਾ ਸੋਚਦਾ ਹੈ ਕੋਈ ਸੰਤ ਮਹਾਤਮਾ ਪੂਰਨ ਹੋਣਗੇ। ਰਾਜੇ ਦਾ ਇੱਕ ਵਜ਼ੀਰ ਸੀ ਪਰਸੁਰਾਮ। ਰਾਜਾ ਕਹਿਣ ਲੱਗਾ, ਪਰਸੁਰਾਮ ਪਹਿਲਾਂ ਤੂੰ ਜਾ, ਉਹਨਾਂ ਲਈ ਜਲ ਪਾਣੀ ਲੈ ਜਾ, ਪ੍ਰਸ਼ਾਦਾ ਲੈ ਜਾ, ਪ੍ਰਸ਼ਾਦਾ ਛਕਾ। ਪਰਸੁਰਾਮ ਜਲ ਪਾਣੀ ਪ੍ਰਸ਼ਾਦਾ ਆਦਿਕ ਲੈ ਕੇ ਆਇਆ। ਕਹਿਣ ਲੱਗਾ, ਸੰਤ ਜੀ ਇਹ ਛਕੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਅਸੀਂ ਛਕਦੇ ਨਹੀਂ, ਸਾਡਾ ਭੋਜਨ ਕੁਝ ਹੋਰ ਹੈ। ਉਹਦੀ ਨਿਸ਼ਠਾ ਕੀਤੀ ਮਹਾਰਾਜ ਜੀ ਨੇ। ਫਿਰ ਖਾਲਸਾ ਜੀ ਰਾਜੇ ਨੇ ਆਪਣੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਕਰਨ ਲਈ ਸੋਹਣੀਆਂ ਇਸਤਰੀਆਂ ਭੇਜੀਆਂ, ਵੇਸ਼ਵਾਵਾਂ ਭੇਜੀਆਂ ਕਿ ਪਤਾ ਕਰੀਏ ਪੂਰਨ ਸੰਤ ਹਨ ਕਿ ਵਿਚਾਰੀ ਹਨ। ਉਹ ਬੀਬੀਆਂ ਆਈਆਂ ਮੋਹਣ ਵਾਲੀਆਂ, ਆ ਕੇ ਬੜੇ ਹਾਵ ਭਾਵ ਵਿਖਾਉਂਦੀਆਂ ਹਨ ਮਹਾਰਾਜ ਨੂੰ। ਪਾਤਸ਼ਾਹ ਕਹਿੰਦੇ, ਬੱਚਿਓ ਇਹ ਕੀ ਕਰਦੀ ਹੋ? ਇਹ ਸਰੀਰ ਦਾ ਬੜਾ ਗੁਮਾਨ ਕਰਦੀਆਂ ਹੋ। ਬਾਹਰੋਂ ਸਰੀਰ ਭਾਵੇਂ ਸੋਹਣੀ ਚਮੜੀ ਕਰਕੇ ਇਹ ਸੋਹਣਾ ਵਿਖਦਾ ਹੈ, ਪਰ ਅੰਦਰ ਤਾਂ ਜ਼ਹਿਰ ਹੈ, ਲਹੂ ਮਿੱਝ ਦਾ ਗਾਰਾ ਹੈ। ਜਦੋਂ ਇਹ ਬਖਸ਼ਿਸ਼ ਕੀਤੀ ਪਾਤਸ਼ਾਹ ਨੇ ਖਾਲਸਾ ਜੀਓ, ਤੇ ਉਹਨਾਂ ਤੇ ਬੜਾ ਪ੍ਰਭਾਵ ਪਿਆ ਹੈ। ਆਓ ਹੁਣ ਮਹਾਰਾਜ ਨੂੰ ਪਰਖਣ ਲਈ ਇਹ ਫਿਰ ਹੋਰ ਕਿਹੜੇ ਕਿਹੜੇ ਤਰੀਕੇ ਵਰਤ ਰਿਹਾ ਰਾਜਾ ਸ਼ਿਵਨਾਭ ਫਿਰ ਆਪ ਦਰਸ਼ਨ ਕਰਨ ਲਈ ਆਵੇਗਾ ਮਹਾਰਾਜ ਦੇ। ਤੇ ਪਾਤਸ਼ਾਹ ਇਹਦੀ ਧਰਤੀ ਨੂੰ ਵੀ ਭਾਗ ਲਾਣਗੇ, ਇਹਦੇ ਹਿਰਦੇ ਵਿੱਚ ਹੀ ਆ ਕੇ ਬੈਠਣਗੇ ਤੇ ਸਾਰੀ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਗੁਰੂ ਨਾਨਕ ਪਾਤਸ਼ਾਹ ਸਾਡੇ ਹਿਰਦੇ ਨੂੰ ਭਾਗ ਲਾਣ। ਆਓ ਸਾਰੇ ਪਿਆਰੇ ਅਰਦਾਸ ਬੇਨਤੀ ਕਰਦੇ ਆ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਕਾਇਆ ਆਦ ਕੱਪੜ ਹੈ ਕੂੜੇ। ਰਾਜੇ ਦਾ ਮੰਤਰੀ ਹੈ, ਵਜ਼ੀਰ ਹੈ ਪਰਸੁਰਾਮ। ਉਹਨੇ ਬਹੁਤ ਬਸਤਰ ਆਦਿਕ, ਗਹਿਣੇ ਆਦਿਕ ਭੇਟਾਵਾਂ ਅਰਪਣ ਕੀਤੀਆਂ ਮਹਾਰਾਜ ਨੂੰ। ਰਾਜੇ ਨੇ ਆਖਿਆ, ਮੰਤਰੀ ਤੁਸੀਂ ਇਹ ਲੈ ਜਾਓ। ਮੰਤਰੀ ਜੀ ਵਜ਼ੀਰ ਜੀ ਆਏ, ਕੁਛ ਭੇਟਾਵਾਂ ਕੱਪੜਾ ਆਦਿਕ ਅਰਪਣ ਕਰਨ ਲੱਗੇ। ਪਾਤਸ਼ਾਹ ਕਹਿੰਦੇ, ਸਾਡੇ ਲਾਇਕ ਇਹ ਨਹੀਂ, ਐਸੇ ਨਹੀਂ ਪਾਉਣੇ। ਕਾਇਆ ਆਦ ਕੱਪੜ ਹੈ ਕੂੜੇ। ਇਹ ਸਰੀਰ ਵੀ ਕੱਪੜਾ ਹੀ ਹੈ, ਕੂੜਾ ਹੈ। ਇਹਨੂੰ ਕੱਪੜਾ ਕਿਉਂ ਆਖਿਆ ਖਾਲਸਾ ਜੀ? ਕਿ ਆਤਮਾ ਨੂੰ ਢੱਕਣ ਲਈ ਇਹ ਸਰੀਰ ਬਣਿਆ ਹੋਇਆ ਹੈ। ਜਿਹੜੇ 5 ਕੋਸ਼ ਉੱਤੇ ਹਨ ਉਹ ਢੱਕਣ ਲਈ ਹੈ ਖਾਲਸਾ ਜੀ। ਤੇ ਸਭ ਤੋਂ ਉਤਲਾ ਇਹ ਕੋਸ਼ ਹੈ ਅਨਮੈ ਕੋਸ਼। ਇਹ ਸਰੀਰ ਇਹ ਕਪੜਾ ਹੈ ਤੇ ਇਹ ਕਪੜਾ ਵੀ ਨਾਸ਼ ਹੋ ਜਾਵੇਗਾ, ਇਹ ਵੀ ਝੂਠਾ ਹੈ। ਇਨ ਬਿਲੋਕ ਪੂਲਤ ਹੈ ਮੂੜੇ। ਜਿਹੜੇ ਮੂਰਖ ਮਨੁੱਖ ਹਨ, ਝੂਠੇ ਮਨੁੱਖ ਹਨ, ਉਹ ਸਰੀਰ ਨੂੰ ਵੇਖ ਵੇਖ ਕੇ ਬੜੇ ਫੁੱਲਦੇ ਹਨ ਕਿ ਮੇਰਾ ਸਰੀਰ ਬੜਾ ਸੋਹਣਾ ਹੈ, ਬਹੁਤ ਸੁੰਦਰ ਆ। ਉਹ ਸਰੀਰ ਨੂੰ ਵੇਖ ਵੇਖ ਕੇ ਹੰਕਾਰੀ ਜਾ ਰਹੇ ਹਨ। ਹਮਰੇ ਇਹੋ ਨ ਕਿਸਹੂ ਕਾਜਾ। ਪਾਤਸ਼ਾਹ ਕਹਿਣ ਲੱਗੇ, ਮੰਤਰੀ ਜੀ, ਵਜ਼ੀਰ ਜੀ,
ਸਾਡੇ ਇਹ ਗਹਿਣੇ ਇਹ ਕੱਪੜੇ ਇਹ ਕਿਸੇ ਕੰਮ ਨਹੀਂ ਆਉਣੇ। ਜਾਏ ਦੀਜੀਏ ਆਪਨ ਰਾਜਾ, ਜਾ ਕੇ ਦੇ ਦਿਓ ਆਪਣੇ ਰਾਜੇ ਨੂੰ, ਰਾਜੇ ਨੂੰ ਕਿ ਸਾਂਭ ਕੇ ਰੱਖੇ ਕੱਪੜੇ, ਇਹ ਗਹਿਣੇ ਉਹਦੇ ਕੰਮ ਆਉਣਗੇ, ਸਾਡੇ ਕੰਮ ਨਹੀਂ ਆਣੇ। ਸੁਨ ਮੰਤਰੀ ਗਾ ਨਿਕਟ ਰਜਾਨਾ, ਜਦੋਂ ਮੰਤਰੀ ਪਰਸੁਰਾਮ ਨੇ ਸੁਣਿਆ ਤੇ ਸੁਣ ਕੇ ਉਹਦੀ ਨਿਸ਼ਠਾ ਹੋ ਗਈ, ਉਹਦੇ ਹਿਰਦੇ ਨੂੰ ਵੀ ਠੰਡ ਮਿਲੀ। ਖਾਲਸਾ ਜੀਓ, ਅੰਦਰ ਸਹਿਜ ਰਸ ਆਇਆ ਪਾਤਸ਼ਾਹ ਦੇ ਦਰਸ਼ਨ ਪਰਸ਼ਨ ਕਰਕੇ, ਤੇ ਇਹ ਸੁਣ ਕੇ ਆਪਣੇ ਰਾਜੇ ਸ਼ਿਵਨਾਭ ਕੋਲ ਚਲਾ ਗਿਆ। ਅਸ ਪ੍ਰਕਾਰ ਮੁਖ ਬਚਨ ਬਖਾਨਾ, ਤੇ ਜਾ ਕੇ ਇਸ ਤਰ੍ਹਾਂ ਦੇ ਉਹਨੇ ਬਚਨ ਕੀਤੇ ਹਨ ਰਾਜੇ ਨੂੰ। ਉੱਤਮ ਸੰਤ ਸੁਸ਼ੀਲ ਉਦਾਰਾ, ਮੰਤਰੀ ਕਹਿਣ ਲਗਾ ਰਾਜਾ ਜੀ ਉਹ ਆਮ ਸੰਤਾਂ ਵਾਂਗ ਨਹੀਂ, ਉਹ ਪਖੰਡੀ ਨਹੀਂ, ਉਹ ਵਿਚਾਰੀ ਨਹੀਂ, ਉਹ ਲਾਲਚੀ ਨਹੀਂ, ਉਹ ਉੱਤਮ ਸੰਤ ਹਨ, ਸ੍ਰੇਸ਼ਟ ਸੰਤ ਹਨ ਜਿਹੜੇ ਸਾਡੇ ਬਾਗ ਵਿੱਚ ਆਏ ਹਨ। ਕਛੂ ਨ ਲੇਵਤ ਪਠਿਓ ਤੁਮਾਰਾ, ਉਹ ਤੁਹਾਡਾ ਉਹ ਭੇਜਿਆ ਹੋਇਆ ਸਾਜੋ ਸਮਾਨ ਕੁਛ ਗ੍ਰਹਿਣ ਨਹੀਂ ਕਰਦੇ, ਨਾ ਤੁਹਾਡੇ ਵੱਲੋਂ ਕੱਪੜੇ ਗ੍ਰਹਿਣ ਕੀਤੇ ਉਹਨਾਂ ਨੇ, ਨਾ ਗਹਿਣੇ ਗ੍ਰਹਿਣ ਕੀਤੇ, ਨਾ ਤੁਹਾਡੀ ਮਾਇਆ ਗ੍ਰਹਿਣ ਕੀਤੀ, ਉਹ ਲਾਲਚੀ ਨਹੀਂ ਹਨ। ਚਲੋ ਆਪ ਤੇ ਦਰਸ਼ਨ ਕੀਜੈ, ਚਲੋ ਉੱਠੋ ਹੁਣ ਰਾਜਾ ਜੀ, ਕਿਉਂ ਇੱਥੇ ਦੇਰੀ ਕਰਦੇ ਹੋ, ਉੱਠ ਕੇ ਆਓ ਤੇ ਦਰਸ਼ਨ ਕਰੋ ਐਸੇ ਮਹਾਂਪੁਰਖਾਂ ਦੇ। ਸ਼੍ਰੀ ਨਾਨਕ ਕੋ ਪਰਖ ਪਤੀਜੈ, ਤੇ ਪਰਖ ਕਰੋ ਵੀ ਇਹੀ ਗੁਰੂ ਨਾਨਕ ਮਹਾਰਾਜ ਹਨ। ਅਜੇ ਤੱਕ ਮੈਂ ਨਾਮ ਨਹੀਂ ਪੁੱਛ ਕੇ ਆਇਆ ਉਹਨਾਂ ਦਾ, ਤੁਸੀਂ ਆ ਕੇ ਪੁੱਛੋ ਉਹਨਾਂ ਤੋਂ ਕਿ ਤੁਹਾਡਾ ਨਾਮ ਨਾਨਕ ਹੀ ਹੈ ਜੀ, ਤੁਸੀਂ ਹੀ ਗੁਰੂ ਨਾਨਕ ਮਹਾਰਾਜ ਹੋ, ਤੁਸੀਂ ਹੀ ਪਰਮੇਸ਼ਰ ਹੋ, ਤੁਸੀਂ ਹੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਆ ਕੇ ਪੁੱਛੋ ਉਹਨਾਂ ਨੂੰ, ਉਹਨਾਂ ਦੀ ਪਰਖ ਕਰੋ। ਸੁਨਤ ਸੁਮਤ ਕੇ ਭੂਪਤ ਬਹਿਨਾ, ਜਦੋਂ ਸਿਆਣੇ ਵਜ਼ੀਰ ਦੇ ਬਚਨ ਸੁਣੇ ਰਾਜੇ ਨੇ, ਗਮਨਿਓ ਆਪ ਨਿਕਟ ਗੁਨੈ ਨਾ, ਤੇ ਗੁਣਾ ਦੇ ਐਨ ਗੁਣਾ ਦੇ ਘਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਕੋਲ ਆਪ ਰਾਜਾ ਚੱਲ ਕੇ ਆ ਰਿਹਾ ਹੈ। ਪੀਰ ਨਰਨ ਕੀ ਲੀਨੇ ਸੰਗਾ, ਨਾਲ ਇਹਦੇ ਹੋਰ ਬੰਦੇ ਵੀ ਆ ਰਹੇ ਹਨ, ਕੁਝ ਖਾਸ ਬੰਦੇ ਰਾਜੇ ਦੇ ਇਹ ਵੀ ਨਾਲ ਆ ਰਹੇ ਹਨ। ਮਿਲਨ ਹੇਤ ਸਤ ਗੁਰੂ ਉਮੰਗਾ, ਬੜੇ ਉਮੰਗ ਦੇ ਸਹਿਤ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਮਹਾਰਾਜ ਨੂੰ ਮਿਲਣ ਵਾਸਤੇ ਰਾਜਾ ਆ ਰਿਹਾ ਹੈ। ਪਹੁੰਚਿਓ ਉਪਬਨ ਹੋਏ ਸਮੀਪਾ, ਜਦੋਂ ਬਾਗ ਦੇ ਨੇੜੇ ਆਇਆ, ਬਾਗ ਦੇ ਵਿੱਚ ਮਹਾਰਾਜ ਬੈਠੇ ਸਨ, ਸੁਭਾਏਮਾਨ ਸਨ, ਤੇ ਬਾਗ ਦੇ ਵਿੱਚ ਆਇਆ ਰਾਜਾ ਤੇ ਮਹਾਰਾਜ ਦੇ ਕੋਲ ਖੜਾ ਹੋ ਗਿਆ। ਪਦ ਬੰਧਨ ਕੀਨੀ ਅਵਨੀਪਾ, ਰਾਜੇ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਹੈ, ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਉੱਤੇ ਮੱਥਾ ਟੇਕ ਕੇ ਰਾਜਾ ਜੀ ਦਰਸ ਬਿਲੋਕਤ ਬਦਿਓ ਆਨੰਦਾ, ਦਰਸ਼ਨ ਕਰ ਰਿਹਾ ਹੈ ਮਹਾਰਾਜ ਦੇ। ਜਿਵੇਂ ਜਿਵੇਂ ਦਰਸ਼ਨ ਕਰ ਰਿਹਾ, ਆਨੰਦ ਵਧੀ ਜਾ ਰਿਹਾ ਹੈ, ਵਧੀ ਜਾ ਰਿਹਾ ਹੈ। ਇਹ ਹੈ ਅਸਲ ਗੁਰੂ ਪਾਤਸ਼ਾਹ ਦੀ ਬਖਸ਼ਿਸ਼, ਉਹਨਾਂ ਦੀਆਂ ਤਰੰਗਾਂ, ਉਹਨਾਂ ਦੀ ਮਿਹਰ ਭਰੀ ਕਿਰਪਾ ਰਾਜੇ ਤੇ ਹੋ ਰਹੀ ਹੈ, ਤੇ ਰਾਜੇ ਦੇ ਮਨ ਵਿੱਚ ਹੋਰ ਆਨੰਦ ਵੱਧ ਰਿਹਾ ਹੈ। ਜੋ ਸਾਗਰ ਪਿਕ ਪੂਰਨ ਚੰਦਾ, ਜਿਵੇਂ ਖਾਲਸਾ ਜੀਓ ਸਮੁੰਦਰ ਵੇਖਦਾ ਵੀ ਇਹ ਚੰਦਰਮਾ ਪੂਰਾ ਹੈ ਪੂਰਨਮਾਸ਼ੀ ਦਾ, ਚੰਦਰਮਾ ਉਛਾਲੇ ਮਾਰਦਾ ਹੈ, ਖਾਲਸਾ ਸਾਗਰ ਉਛਾਲੇ ਮਾਰਦਾ ਹੈ ਚੰਦਰਮਾ ਨੂੰ ਮਿਲਣ ਵਾਸਤੇ। ਮੰਨ ਲਓ ਖਾਲਸਾ ਜੀ ਰਾਜਾ ਅੱਜ ਉਛਾਲੇ ਮਾਰ ਰਿਹਾ ਹੈ ਕਿ ਦਰਸ਼ਨ ਕਰਾਂ ਗੁਰੂ ਨਾਨਕ ਪਾਤਸ਼ਾਹ ਦੇ, ਬਖਸ਼ਿਸ਼ ਪ੍ਰਾਪਤ ਕਰਾਂ ਇਹਨਾਂ ਦੀ, ਇਹਨਾਂ ਦੇ ਬੋਲ ਸੁਣਾ, ਇਹਨਾਂ ਤੋਂ ਆਨੰਦ ਪ੍ਰਾਪਤ ਕਰਾਂ। ਔਰ ਠਾਂਡ ਪਾ ਗੁਰੂ ਅਗਾਰੀ, ਤੇ ਫਿਰ ਮਹਾਰਾਜ ਦੇ ਕੋਲ ਸਾਹਮਣੇ ਖੜਾ ਹੋ ਗਿਆ। ਸ਼੍ਰੀ ਨਾਨਕ ਤਬ ਗਿਰਾ ਉਚਾਰੀ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਬਚਨ ਆਖਿਆ, ਸੁਨ ਰਾਜਾ ਸ਼ਿਵ ਨਾਭ ਤੂੰ ਸ਼ੁਭ ਮਤ ਤੇਰੀ ਰਾਸ। ਅਜੇ ਪਾਤਸ਼ਾਹ ਨੇ ਤਾਂ ਨਾਮ ਨਹੀਂ ਪੁੱਛਿਆ ਖਾਲਸਾ ਜੀ, ਤੇ ਮਹਾਰਾਜ ਪਹਿਲਾਂ ਹੀ ਕਹਿਣ ਲੱਗੇ, ਸੁਨ ਰਾਜਾ ਸ਼ਿਵਨਾਭ ਤੂੰ, ਉਹ ਰਾਜਾ ਸ਼ਿਵਨਾਭ ਸੁਣ ਸਾਡੇ ਬਚਨ, ਤੇਰੀ ਮਤ ਭਰੀ ਹੋਈ ਹੈ ਰਾਸ ਕਰਕੇ, ਪੂੰਜੀ ਕਰਕੇ,
ਕਿਹੜੀ ਪੂੰਜੀ ਹੈ? ਸ਼ੁਭ ਗੁਣਾ ਦੀ ਪੂੰਜੀ ਹੈ। ਸਤ ਸੰਤੋਖ ਦਇਆ ਧਰਮ ਇਹ ਸ਼ੁਭ ਮਤ ਹਨ। ਹਰ ਰਾਸ ਮੇਰੀ ਮਨ ਵਣਜਾਰਾ। ਉਹ ਰੱਬ ਦਾ ਨਾਮ ਤੇਰੇ ਹਿਰਦੇ ਵਿੱਚ ਹੈ ਭਾਈ, ਤੇਰੇ ਹਿਰਦੇ ਟਿਕਾ ਵੀ ਹੈ। ਬਖਸ਼ਿਸ਼ ਕਰਨੀ ਹੈ ਪਾਤਸ਼ਾਹ ਨੇ। ਪਤਾ ਹੈ ਮਹਾਰਾਜ ਨੂੰ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ, ਪ੍ਰੇਮ ਭਾਵਨਾ ਹੈ ਕਿ ਇਹਦੀ ਮਤ ਵਿੱਚ ਸਾਰੇ ਗੁਣ ਹਨ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹਨੇ ਸਾਡੀ ਸਿੱਖਿਆ ਬਾਣੀ ਪਹਿਲਾਂ ਸੁਣੀ ਹੈ, ਤਾਂ ਹੀ ਪਾਤਸ਼ਾਹ ਕਹਿੰਦੇ ਰਾਜਾ ਜੀ ਤੁਹਾਡੀ ਮਤ ਵਿੱਚ ਬੜੇ ਗੁਣ ਹਨ, ਬਹੁਤ ਭੰਡਾਰੇ ਹਨ, ਬਹੁਤ ਰਾਸ ਹੈ। ਨਾਨਕ ਪੜਦਾ ਦੂਰ ਕਰ ਹੋਵੇ ਦਾਸਨ ਦਾਸ। ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਨਹੀਂ, ਪਰ ਜਨਮ ਸਾਖੀ ਵਿੱਚ ਮਹਾਰਾਜ ਜੀ ਆਉਂਦਾ ਹੈ ਖਾਲਸਾ ਜੀ ਦਾ। ਪਾਤਸ਼ਾਹ ਕਹਿੰਦੇ ਨਾਨਕ ਪੜਦਾ ਦੂਰ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਸ ਅਗਿਆਨ ਦਾ ਪਰਦਾ ਦੂਰ ਕਰ ਦੋ। ਬਸ ਜਦੋਂ ਤੱਕ ਅਗਿਆਨ ਦਾ ਪਰਦਾ ਨਹੀਂ ਦੂਰ ਹੁੰਦਾ, ਦਾਸਨ ਦਾਸ ਨਹੀਂ ਬਣੀਦਾ, ਉਦੋਂ ਤੱਕ ਅੰਦਰਲਾ ਜਿਹੜਾ ਆਤਮ ਰਸ ਹੈ ਬਾਹਰ ਨਹੀਂ ਆਉਣਾ। ਅੰਦਰਲਾ ਜੋਤ ਸਰੂਪ ਦਾ ਗਿਆਨ ਉਹਨੇ ਅੰਦਰ ਹੀ ਰਹਿ ਜਾਣਾ, ਉਹਨੇ ਬਾਹਰ ਨਹੀਂ ਆਉਣਾ। ਇਹ ਬਰੀਕ ਜਿਹਾ ਪਰਦਾ ਹੈ ਖਾਲਸਾ ਜੀ। ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ। ਭੰਬੀਰੀ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਕਿ ਫਸਲਾਂ ਦੇ ਉੱਤੇ ਇੱਕ ਜੇ ਕਹਿ ਲੋ ਜਹਾਜ਼ ਵਾਂਗ, ਛੋਟਾ ਜਹਾਜ਼ ਜਿਹਨੂੰ ਬੱਚੇ ਪਕੜਦੇ ਨਾ, ਉਹ ਘੁੰਮਦੀ ਹੁੰਦੀ ਭੰਬੀਰੀ। ਉਹਦੇ ਖੰਭ ਬੜੇ ਬਰੀਕ ਹੁੰਦੇ, ਆਰ ਪਾਰ ਵਿਖਦਾ ਤੇ ਹੈ, ਪਰ ਪਰਦਾ ਤੇ ਪਰਦਾ ਹੀ ਹੈ ਖਾਲਸਾ ਜੀ। ਉਸ ਤੋਂ ਵੀ ਕਈ ਗੁਣਾ ਬਰੀਕ ਅਗਿਆਨ ਦਾ ਪਰਦਾ ਹੈ। ਪਾਤਸ਼ਾਹ ਕਹਿੰਦੇ ਬਸ ਇਹ ਪਰਦਾ ਦੂਰ ਕਰਨਾ ਹੈ ਰਾਜਾ ਜੀ। ਤੁਹਾਨੂੰ ਭੁਲੇਖਾ ਪਿਆ ਹੋਇਆ ਹੈ, ਉਹ ਭੁਲੇਖਾ, ਉਹ ਪਰਦਾ ਜਿਹੜਾ ਦੂਰ ਹੋ ਗਿਆ ਤੇ ਫਿਰ ਤੁਹਾਡੇ ਹਿਰਦੇ 'ਚ ਉਹ ਰਾਸ ਉਹ ਪ੍ਰਗਟ ਹੋਵੇਗੀ। ਤੇ ਪਰਦੇ ਨੂੰ ਦੂਰ ਕਰੋ, ਦਾਸਨ ਦਾਸ ਬਣੋ, ਨਿਮਰਤਾ ਵਿੱਚ ਆਓ। ਜੋ ਪਈ ਸੁਨ ਸ਼੍ਰੀ ਗੁਰ ਕੇ ਬਚਨ ਰਜਾਨਾ। ਰਾਜੇ ਸ਼ਿਵ ਨਾਮ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਹਨ, ਨਿਸ਼ਚਾ ਪਇਓ ਹਿਰਦੇ ਸੁਖ ਮਾਨਾ। ਰਾਜੇ ਨੂੰ ਭਰੋਸਾ ਹੋ ਗਿਆ ਵੀ ਇਹੀ ਹਨ ਸੰਤ ਪੂਰੇ। ਭਰੋਸਾ ਪੂਰਾ ਹੋ ਗਿਆ, ਸੁਖ ਮਾਣਿਆ ਇਹਨੇ ਕਿ ਜਿਹੜੇ ਬਚਨ ਸੁਣ ਕੇ ਪਾਤਸ਼ਾਹ ਨੇ ਆਖਿਆ, ਨਾਨਕ ਆਖਿਆ ਨਾ, ਥੋੜਾ ਜਿਹਾ ਭਰੋਸਾ ਤੇ ਹੋ ਗਿਆ ਵੀ ਨਾਨਕ ਤਾਂ ਇਹੀ ਹਨ, ਤੇ ਇਹਨੂੰ ਪੂਰਾ ਭਰੋਸਾ ਹੋ ਗਿਆ। ਤਦਪ ਏਕ ਨਿਸਲਿਓ ਪਤਿਆਰਾ। ਫਿਰ ਵੀ ਸੋਚਦਾ ਵੀ ਇੱਕ ਰਾਤ ਹੋਰ ਪਰਖ ਲਵਾਂ ਇਹਨਾਂ ਨੂੰ, ਮੇਰੇ ਮਨ ਦਾ ਕੋਈ ਸ਼ੰਕਾ ਨਾ ਰਹਿ ਜੇ, ਕਿਉਂਕਿ ਨਾਨਕ ਨਾਮ ਦੀ ਛਾਪ ਤਾਂ ਬੜੇ ਉਚਾਰਨ ਕਰਦੇ ਸਨ। ਕਿਉਂਕਿ ਖਾਲਸਾ ਜੀ ਪਹਿਲਾਂ ਵੀ ਨਾਨਕ ਸ਼ਬਦ ਨਾਨੂ ਜੀ, ਨਾਨੂ ਪੰਡਤ ਜੀ ਹੋਏ, ਉਹ ਕਹਿੰਦਾ ਮੈਂ ਨਾਨਕ ਹਾਂ। ਜਿਹੜੇ ਜਿਹੜੇ ਵੀ ਰਾਜੇ ਕੋਲ ਪਹਿਲਾਂ ਆਏ ਉਹ ਆਪਣੇ ਨੂੰ ਨਾਨਕ ਹੀ ਕਹਿੰਦੇ ਰਹੇ ਵੀ ਅਸੀਂ ਨਾਨਕ ਹਾਂ। ਤਾਂ ਰਾਜੇ ਦੇ ਮਨ ਵਿੱਚ ਅਜੇ ਵੀ ਖਾ ਲੋ ਥੋੜਾ ਸ਼ੰਕਾ ਹੈ ਵੀ ਚਲੋ ਇੱਕ ਰਾਤ ਹੋਰ ਪਰਖ ਕਰਨਾ ਇਹਨਾਂ ਦੀ। ਪੰਥ ਕਰੋ ਪੁਨਿ ਅੰਗੀਕਾਰਾ। ਫਿਰ ਇਹਨਾਂ ਦਾ ਪੰਥ ਮੈਂ ਅੰਗੀਕਾਰ ਕਰਾਂਗਾ। ਪੰਥ ਕਹਿੰਦੇ ਖਾਲਸਾ ਜੀ ਸਿੱਖਿਆ, ਧਰਮ, ਮਾਰਗ, ਰਸਤਾ। ਇਹ ਰਸਤਾ ਹੈ ਗਿਆਨ ਦਾ, ਉਹ ਮੈਂ ਅੰਗੀਕਾਰ ਕਰਾਂਗਾ। ਇਹਨਾਂ ਦਾ ਰਸਤਾ ਹੈ ਆਤਮ ਰਸ ਵਾਲਾ, ਉਹ ਮੈਂ ਫਿਰ ਕਬੂਲ ਕਰਾਂਗਾ। ਜੋ ਇਹਨਾਂ ਦੀ ਸਿੱਖਿਆ ਹੈ ਫਿਰ ਮੈਂ ਧਾਰਨ ਕਰਾਂਗਾ। ਅਸਮਨ ਠਾਨ ਗਿਓ ਨਿਜ ਧਾਮਾ। ਇਸ ਤਰ੍ਹਾਂ ਮਨ ਵਿੱਚ ਭਰੋਸਾ ਕਰਕੇ ਠਾਣ ਕੇ ਰਾਜਾ ਆਪਣੇ ਮਹਿਲਾਂ ਵੱਲ ਚਲਾ ਗਿਆ। ਉਪਬਨ ਰਾਜਤ ਪੂਰਨ ਕਾਮਾ। ਸਭ ਦੀ ਕਾਮਨਾ ਪੂਰੀ ਕਰਨ ਵਾਲੇ ਧੰਨ ਗੁਰੂ ਨਾਨਕ ਮਹਾਰਾਜ ਬਾਗ ਵਿੱਚ ਹੀ ਮਹਾਰਾਜ ਬਿਰਾਜ ਰਹੇ ਹਨ। ਬਹੁਤ ਸੁੰਦਰ ਪਰਿਅੰਕ ਪਠਾਏ। ਰਾਜੇ ਨੇ ਮਹਾਰਾਜ ਜੀ ਲਈ ਬੜਾ ਸੋਹਣਾ ਪਲੰਗ ਭੇਜਿਆ ਖਾਲਸਾ ਜੀ ਕਿ ਮਹਾਰਾਜ ਪਲੰਗ ਉੱਤੇ ਆਰਾਮ ਕਰਨਗੇ। ਪਾਤਸ਼ਾਹ ਇੱਥੇ ਥੋੜਾ ਜਿਹਾ ਆਰਾਮ ਕਰਨਗੇ ਪਲੰਗ ਉੱਤੇ,
ਰਾਜੇ ਨੇ ਪਲੰਗ ਭੇਜਿਆ ਹੈ। ਸੇਵਨ ਇਤ ਸੇਵਕ ਤਬ ਆਏ, ਸੇਵਾ ਕਰਨ ਲਈ ਸੇਵਾਦਾਰ ਵੀ ਮਹਾਰਾਜ ਦੇ ਕੋਲ ਆ ਗਏ। ਰੈਨ ਪਏ ਪਦਮਨ ਬੁਲਵਾਈ, ਤੇ ਰਾਤ ਦਾ ਸਮਾਂ ਹੋਇਆ, ਰਾਜੇ ਨੇ ਪਦਮਨੀਆਂ ਇਸਤਰੀਆਂ ਬੁਲਾਈਆਂ। ਖਾਲਸਾ ਜੀ, ਇਹ ਵੱਖਰੀ ਵੱਖਰੀ ਜਾਤੀ ਦੀ, 4 ਤਰ੍ਹਾਂ ਦੀ ਜਾਤੀ ਦੀ ਇਸਤਰੀਆਂ ਹੁੰਦੀਆਂ। ਸਭ ਤੋਂ ਸ੍ਰੇਸ਼ਟ ਹੈ ਪਦਮਨੀ ਜਾਤੀ ਦੀ ਇਸਤਰੀ, ਰਾਜੇ ਨੇ ਉਹ ਮੰਗਵਾਈਆਂ ਹਨ। ਉਪਤ ਤੈ ਸੋ ਗਿਰਾ ਅਲਾਈ, ਰਾਜਾ ਕਹਿਣ ਲੱਗਾ ਵੀ ਇਸ ਤਰ੍ਹਾਂ ਕਰੋ, ਤੁਸੀਂ ਮੇਰੇ ਬਚਨ ਸੁਣੋ। ਸੁੰਦਰ ਸਖੀਆਂ ਲੈ ਕਰ ਸੰਗਾ, ਐ ਪਦਮਨੀ ਆਪਣੇ ਨਾਲ ਸੋਹਣੀ ਸਖੀਆਂ, ਸੋਹਣੀਆਂ ਸਹੇਲੀਆਂ ਨਾਲ ਲੈ ਕੇ, ਤਾਏ ਸੰਤ ਉਪਜਾਓ ਅਨੰਗਾ, ਜਿਹੜੇ ਬਾਗ ਵੀ ਸੰਤ ਮਹਾਤਮਾ ਬੈਠੇ ਨਾ, ਉਹਨਾਂ ਦੇ ਮਨ ਵਿੱਚ ਕਾਮ ਵਾਸ਼ਨਾ ਪੈਦਾ ਕਰੋ। ਜਾਓ ਪਰਖ ਕਰੋ ਵੀ ਪੂਰਨ ਸੰਤ ਹਨ। ਜੇ ਅਜੇ ਵੀ ਕਾਮ ਦੀ ਵਾਸ਼ਨਾ ਪੈਦਾ ਹੋ ਗਈ ਉਹਨਾਂ ਦੇ ਮਨ ਵਿੱਚ, ਫਿਰ ਮੈਂ ਸੋਚਾਂਗਾ ਉਹ ਨਾਨਕ ਨਹੀਂ, ਕੋਈ ਅਧੂਰੇ ਹਨ। ਜੇ ਕਾਮ ਦੀ ਵਾਸ਼ਨਾ ਨਾ ਪੈਦਾ ਹੋਈ ਉਹਨਾਂ ਦੇ ਮਨ ਵਿੱਚ, ਫਿਰ ਮੇਰੇ ਗੁਰੂ ਨਾਨਕ ਪਾਤਸ਼ਾਹ ਉਹੀ ਹਨ। ਤਿਨ ਸੁਨ ਨਵ ਸਤ ਕੀਨ ਸ਼ਿੰਗਾਰਾ, ਉਹਨਾਂ ਪਦਮਨੀ ਇਸਤਰੀ ਨੇ ਸੁਣਿਆ, ਹੋਰ ਸਹੇਲੀਆਂ ਨਾਲ ਲਈਆਂ ਤੇ 16 ਸ਼ਿੰਗਾਰ ਕੀਤੇ ਹਨ। ਊਕਨ ਪਟ ਸੁੰਦਰ ਅੰਜਨ ਡਾਰਾ, ਸੋਹਣੇ ਕੱਪੜੇ ਪਾਏ, ਸੋਹਣੇ ਗਹਿਣੇ ਪਾਏ, ਅੱਖਾਂ ਵਿੱਚ ਉਹਨਾਂ ਨੇ ਸੁਰਮਾ ਪਾਇਆ ਹੈ। ਉਪਬਨ ਵਿਖੇ ਆਨ ਤਤਕਾਲਾ, ਉਸੇ ਵੇਲੇ ਇਹ ਸੋਹਣੇ ਹਾਰ ਸ਼ਿੰਗਾਰ ਕਰਕੇ ਇਹ ਪਦਮਨੀ ਇਸਤਰੀਆਂ ਬਾਗ ਵਿੱਚ ਆ ਗਈਆਂ। ਰੂਪ ਅਨੂਪਮ ਰੁਚਰ ਬਿਸਾਲਾ, ਜਿਨ੍ਹਾਂ ਦਾ ਸੋਹਣਾ ਸਰੂਪ ਹੈ, ਉਪਮਾ ਤੋਂ ਰਹਿਤ, ਬਹੁਤ ਸੁੰਦਰ ਇਸਤਰੀਆਂ ਹਨ। ਗੋਰ ਰੰਗ ਕੰਚਨ ਗਜ ਗੋਨੀ, ਗੋਰੇ ਰੰਗ ਵਾਲੀਆਂ, ਖਾਲਸਾ ਜੀ ਕਹਿ ਲੋ ਬਿਲਕੁਲ ਗੋਰਾ ਰੰਗ ਹੈ, ਤੇ ਹਾਥੀ ਦੇ ਚਾਲ ਵਰਗੀਆਂ ਹਨ। ਕੱਚ ਮੇਚਕ ਜਨ ਕੰਦਰ ਪਛੋਨੀ, ਤੇ ਮਾਨੋ ਖਾਲਸਾ ਜੀ ਕਾਮਦੇਵ, ਤੇ ਕਾਮਦੇਵ ਦਾ ਜੇ ਬੱਚਾ ਹੈ, ਉਹਨਾਂ ਦੇ ਕਹਿ ਲੋ ਰੰਗ ਵਰਗੀਆਂ, ਭਾਵ ਕਾਲਾ ਰੰਗ ਹੈ, ਕਾਲੇ ਰੰਗ ਵਾਲੇ ਕੇਸ ਹਨ ਇਹਨਾਂ ਦੇ। ਪੀਨ ਉਰੋਜਨ ਖੰਜਨ ਨੈਣੀ, ਜਿਨ੍ਹਾਂ ਦੇ ਅਸਥਨ ਮੋਟੇ ਹਨ ਤੇ ਮਮੋਲੇ ਵਰਗੇ ਨੇਤਰ ਹਨ ਜਿਨ੍ਹਾਂ ਦੇ। ਘਟ ਚਿਨ ਚੀਨ ਕੋਕਲਾ ਬੈਨੀ, ਤੇ ਜਿਨ੍ਹਾਂ ਦੀ ਲੱਕ ਪਤਲੀ ਹੈ, ਕੋਲ ਵਰਗੇ ਬਚਨ ਹਨ ਇਹਨਾਂ ਦੇ। ਵਰਖ ਚਤੁਰਦਸ ਕੀ ਕਹਿ ਬੈਸਾ, ਤੇ ਕਈਆਂ ਦੀ ਉਮਰ 14 ਸਾਲ ਦੀ ਹੈ ਖਾਲਸਾ ਜੀਓ। ਉਹ ਖੋੜਸ ਕੀ ਰੂਪ ਸੁਦੇਸ਼ਾ, ਤੇ ਕਈਆਂ ਦੀ ਉਮਰ ਲਗਭਗ ਖੋੜਸ ਕਹਿੰਦੇ 16 ਸਾਲ, ਕਈ 14 ਸਾਲ ਦੀ ਪਦਮਨੀ ਇਸਤਰੀਆਂ, ਤੇ ਕਈ 16 ਸਾਲ ਦੀਆਂ ਹਨ। ਚਲਤ ਹੋਤ ਪੂਖਨ ਚੁਨਕਾਰਾ, ਜਦੋਂ ਚੱਲ ਚੱਲ ਕੇ ਆ ਰਹੀਆਂ, ਇਹਨਾਂ ਦੇ ਗਹਿਣੇ ਦੀ ਆਵਾਜ਼ ਆ ਰਹੀ ਹੈ। ਮਨੋ ਮਦਨ ਕੋ ਬਜਤ ਨਗਾਰਾ, ਮਾਨੋ ਕਾਮ ਦਾ ਨਗਾਰਾ ਵਜਦਾ ਹੋਵੇ। ਇਹ ਗਹਿਣਿਆਂ ਦੀ ਆਵਾਜ਼ ਨਹੀਂ, ਮਾਨੋ ਕਾਮ ਨਗਾਰੇ ਵਜਾਉਂਦਾ ਹੋਵੇ। ਜਿਨ ਕੋ ਚਿਤਵਨ ਬਾਨ ਸਮਾਨਾ, ਜਿਨ੍ਹਾਂ ਦਾ ਚਿਤਵਨਾ ਹੀ, ਸੋਚਣਾ ਹੀ, ਤੀਰ ਲੱਗਦੇ ਹਿਰਦੇ ਵਿੱਚ। ਇਹ ਕਾਮ ਦੇ ਜਿਹੜੇ 5 ਤੀਰ ਹਨ, ਉਚਾਟਨ, ਵਸ਼ੀਕਰਨ ਆਦਿਕ, ਮਾਨੋ ਅੰਦਰ ਤੀਰ ਵਜਦੇ ਹੋਣ। ਪ੍ਰਿਕੁਟੀ ਕੁਟਲ ਤਨੁਖ ਪਰਮਾਨਾ, ਜਿਵੇਂ ਤਨੁਖ ਕਠੋਰ ਹੁੰਦਾ, ਤਿੱਖਾ ਹੁੰਦਾ ਨਾ, ਇਹਨਾਂ ਦੀ ਅੱਖਾਂ ਦੀਆਂ ਪ੍ਰਕੋਟੀਆਂ ਇਸ ਤਰ੍ਹਾਂ ਤਿੱਖੀਆਂ ਹਨ। ਮਨੋ ਭੂਪ ਇਕ ਕੀਨ ਬਹਾਨਾ, ਮਾਨੋ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਾਬੂ ਕਰਨ ਲਈ, ਪਰਖਣ ਲਈ, ਕਿ ਪਰਖਾਂ ਅਸਲੀ ਸੰਤ ਇਹੀ ਹਨ, ਇਹ ਬਹਾਨਾ ਬਣਾਇਆ ਹੈ, ਇਸਤਰੀਆਂ ਤਾਂ ਭੇਜੀਆਂ ਹਨ। ਆਵਾ ਮਦਨ ਕਰਨ ਪਤੀਆਨਾ, ਤੇ ਮਾਨੋ ਮਦਨ ਕਾਮ ਆਪ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਕੇ ਲੈਣ ਲਈ ਆ ਗਿਆ ਹੈ। ਜੈ ਅਰਬਿੰਦ ਬਿਲੋਚਨ ਰਾਜਤ, ਜਿੱਥੇ ਖਾਲਸਾ ਜੀ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਮਹਾਰਾਜ ਬਿਰਾਜਮਾਨ ਹਨ। ਤੈਂ ਬੈਸੀ ਜਿਨ ਪਿਕ ਰਤ ਲਾਜਤ, ਇਹਨਾਂ ਨੂੰ ਵੇਖ ਕੇ ਕਾਮਦੇਵ ਵੀ ਲੱਜਾਵਾਨ ਹੁੰਦਾ ਹੈ ਖਾਲਸਾ ਜੀ। ਇਸ ਤਰ੍ਹਾਂ ਦੀ ਸੋਹਣੀ ਇਸਤਰੀਆਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆ ਕੇ ਬੈਠ ਗਈਆਂ। ਪਰ ਕਮਲਨ ਸੋ ਚਰਨ ਮੁਕੰਦਾ, ਤੇ ਖਾਲਸਾ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਜਿਹੜੇ ਕਮਲ ਹਨ ਉਹਨਾਂ ਨੂੰ ਸਪਰਸ਼ ਕੀਤਾ ਹੈ। ਜਾਂਪਤ ਪੀਤਰ ਹਿਰਦੇ ਆਨੰਦਾ, ਪਾਤਸ਼ਾਹ ਦੇ ਜਿਹੜੇ ਚਰਨ ਕਮਲ ਉਹਨੂੰ ਕੁੱਟਣ ਲੱਗੀਆਂ, ਸਪਰਸ਼ ਕਰਨ ਲੱਗੀਆਂ, ਕਿ ਮਾਨੋ ਇਹਨਾਂ ਦੇ ਮਨ ਵਿੱਚ ਵੀ ਆਨੰਦ ਪੈਦਾ ਹੋ ਗਿਆ ਹੋਵੇ। ਅੱਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਸ ਵੇਲੇ ਦਰਸ਼ਨ ਪਰਸ਼ਨ ਕੀਤੇ ਇਹਨਾਂ ਨੇ,
ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ ਸਪਰਸ਼ ਕੀਤੇ ਤੇ ਲਗਭਗ ਇਹਨਾਂ ਦੇ ਮਨ ਵਿੱਚ ਵੀ ਆਨੰਦ ਪੈਣਾ ਸ਼ੁਰੂ ਹੋ ਗਿਆ, ਭਾਵ ਆਨੰਦ ਆਣਾ ਸ਼ੁਰੂ ਹੋ ਗਿਆ। ਮੰਦ ਮੰਦ ਕਰ ਮੁਖ ਮੁਸ਼ਕਾਵਨ, ਤੇ ਫਿਰ ਵੀ ਕਾਮ ਆਪਣੀ ਕਾਲੋ ਪਰਖ ਕਰਾ ਕਰ ਰਿਹਾ ਹੈ ਤੇ ਮੰਦ ਮੰਦ ਕਰਕੇ ਇਹ ਬੀਬੀਆਂ ਮੁਸਕਰਾਉਣ ਲੱਗੀਆਂ। ਹਿਰਦੇ ਚੈਤਿਐ ਮਦਨ ਬਢਾਵਨ, ਮਨ ਵਿੱਚ ਇਹ ਚਾਹੁੰਦੀਆਂ ਹਨ ਕਿ ਅਸੀਂ ਕਾਮ ਦੀ ਵਾਸ਼ਨਾ ਪੈਦਾ ਕਰੀਏ ਇਹਨਾਂ ਦੇ ਮਨ ਵਿੱਚ। ਕਰ ਕਟਾਕ ਗੁਰ ਔਰ ਨਿਹਾਰੀ, ਤਿੱਖੇ ਨੇਤਰ ਕਰਕੇ ਮਹਾਰਾਜ ਵੱਲ ਵੇਖਣ ਲੱਗੀਆਂ ਮధుਰ ਮ੍ਰਿਦੁਲ ਮੁਖ ਗਿਰਾ ਉਚਾਰੀ, ਤੇ ਆਪਣੇ ਮੁਖ ਤੋਂ ਬੜੇ ਮਿੱਠੇ ਕੋਮਲ ਬਚਨ ਕਹਿਣ ਲੱਗੀਆਂ। ਮਨੋ ਕਾਮ ਕੀ ਬਾਜੀ ਬੀਨਾ, ਮਾਨੋ ਇਹ ਕਾਮ ਦੀ ਬੀਜਾ ਬੀਨਾ ਬਾਜਰੀ ਹੋਵੇ। ਖਾਲਸਾ ਜੀ ਇਹਨਾਂ ਦੇ ਬਚਨ ਨਹੀਂ, ਇਹ ਮਾਨੋ ਕਾਮ ਦੀ ਬੀਣਾ ਵਜਾ ਰਹੀਆਂ ਹੋਣ। ਜੋ ਸੁਰ ਮੁਨੀ ਕੋ ਕਰਤੇ ਅਧੀਨਾ, ਕਾਮ ਦੀ ਵੀਣਾ ਤੇ ਵੱਡੇ ਵੱਡੇ ਦੇਵਤਿਆਂ ਨੂੰ ਮੋਹਿਤ ਕਰ ਦਿੰਦੀ ਹੈ। ਬ੍ਰਹਮਾ ਵਰਗੇ ਮੋਹਿਤ ਹੋ ਗਏ, ਇੰਦਰ ਵਰਗੇ ਮੋਹਿਤ ਹੋ ਗਏ ਤੇ ਮਾਨੋ ਸਾਰੇ ਦੇਵਤੇ ਮੁਨੀਆਂ ਨੂੰ ਇਹ ਮੋਹਿਤ ਕਰਨ ਵਾਲੀਆਂ ਹੋਣ। ਸੁਨੋ ਸੰਤ ਜੀ ਬਚਨਨ ਪੂਰੇ, ਇਹ ਕਹਿਣ ਲੱਗਿਆ ਸੁਣੋ ਸੰਤ ਜੀ, ਸੰਤ ਜੀ ਤੁਸੀਂ ਸਾਡੇ ਬਚਨ ਸੁਣੋ, ਭਾਵੇਂ ਤੁਸੀਂ ਪੂਰੇ ਸੰਤ ਹੋਵੋਗੇ। ਓ ਆਈ ਦਰਸ਼ਨ ਇਤਰੂਰੇ, ਅਸੀਂ ਤੁਹਾਡੇ ਦਰਸ਼ਨ ਕਰਨ ਲਈ ਆਈਆਂ ਹਾਂ, ਤੁਹਾਡੇ ਸੁੰਦਰ ਦਰਸ਼ਨ ਕਰਨ ਲਈ ਅਸੀਂ ਆਈਆਂ ਹਾਂ। ਸ਼ੰਕਾ ਤਜੀਏ ਬਦਨ ਮੇ ਅੰਕੇ, ਐ ਬਿਅੰਕ ਬਦਨ, ਐ ਚੰਦਰਮਾ ਵਰਗੇ ਮੁਖੜੇ ਵਾਲੇ ਸਤਿਗੁਰ ਮਹਾਰਾਜ ਸੰਤ ਜੀ, ਮਨ ਦੀ ਸ਼ੰਕਾ ਛੱਡ ਦੋ। ਹਮੇ ਬਿਲੋਕ ਕਟਾਖਨ ਬੰਕੇ, ਸਾਡੇ ਵੱਲ ਵੇਖੋ, ਸਾਡੇ ਜਿਹੜੇ ਕਟਾਖ ਤਿੱਖੇ ਨੇਤਰ ਹਨ, ਬੜੇ ਸੁੰਦਰ ਨੇਤਰ ਹਨ, ਸਾਡੇ ਵੱਲ ਵੇਖੋ। ਇਸਤਰੀਨ ਮੈਂ ਜੋ ਪਦਮਨ ਜਾਤੀ, ਤੇ ਜਿਹੜੀ ਇਸਤਰੀਆਂ ਵਿੱਚ ਪਦਮਨ ਜਾਤੀ ਸਭ ਤੋਂ ਸ੍ਰੇਸ਼ਟ ਜਾਤੀ ਹੈ, ਅਸੀਂ ਉਹ ਆਈਆਂ ਹਾਂ। ਸੋ ਮੁਝ ਮੈਂ ਲਖਨ ਬਖਿਆਤੀ, ਐ ਸੰਤ ਜੀ ਉਹ ਲਕਸ਼ਣ ਮੇਰੇ ਵਿੱਚ ਹਨ, ਉਹ ਜਿਹੜੇ 32 ਲਕਸ਼ਣ ਹਨ, ਉਹ 16 ਸ਼ਿੰਗਾਰ ਕਰਕੇ ਮੈਂ ਆਈ ਹਾਂ। ਰੁਚਿਰ ਸਰੂਪੇ ਅਨੂਪੇ ਅਮੋਲਾ, ਮੇਰਾ ਸੋਹਣਾ ਸਰੂਪ ਹੈ, ਅਮੋਲਕ ਸਰੂਪ ਹੈ। ਮਿਲ ਮਨ ਪਾਵਤ ਕਰੋ ਕਲੋਲਾ, ਆਓ ਮੇਰੇ ਨਾਲ ਮਿਲ ਕੇ ਆਪਣੇ ਮਨ ਦਾ ਜਿਹੜਾ ਕਾਮ ਹੈ ਉਹਨੂੰ ਪੂਰਾ ਕਰੋ। ਕਿਰਪਾ ਸਿੰਧ ਕਰ ਕਿਰਪਾ ਵਿਸਾਲਾ, ਗੁਰੂ ਨਾਨਕ ਪਾਤਸ਼ਾਹ ਕਿਰਪਾ ਦੇ ਸਿੰਧ, ਕਿਰਪਾ ਦੇ ਸਾਗਰ। ਜਦੋਂ ਪਾਤਸ਼ਾਹ ਨੇ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਕਾਮ ਦੀ ਵਾਸ਼ਨਾ ਦੂਰ ਕਰਨ ਲਈ ਇਹਨਾਂ ਦੇ ਹਿਰਦੇ ਵਿੱਚੋਂ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਨ ਲੱਗੇ। ਪੂਰੋ ਸ਼ਰਧਾ ਕਰੋ ਨਿਹਾਲਾ, ਤੇ ਪੂਰਨ ਸ਼ਰਧਾ ਪੈਦਾ ਕਰਨ ਲਈ ਮਹਾਰਾਜ ਜੀ ਨੇ ਇਹਨਾਂ ਵੱਲ ਜਦੋਂ ਨੇਤਰ ਕੀਤੇ ਹਨ। ਅਸ ਜਬ ਬਾਨੀ ਪਨੀ ਅਧੀਨਾ, ਐਸੇ ਬਾਦਸ਼ਾਹ ਨੇ ਜਦੋਂ ਬਚਨ ਆਖੇ ਹਨ, ਬੋਲੇ ਸ਼੍ਰੀ ਗੁਰੂ ਗੁਨੀ ਪ੍ਰਬੀਨਾ। ਇਹਨਾਂ ਦੇ ਬਚਨ ਕਾਮ ਵਰਗੇ ਤਿੱਖੇ ਤੀਰ ਸਨ। ਗੁਰੂ ਨਾਨਕ ਪਾਤਸ਼ਾਹ ਨੂੰ ਮੋਹਿਤ ਕਰਨ ਵਾਲੇ ਤੀਰ ਮਾਰੇ ਜਦੋਂ ਇਹਨਾਂ ਨੇ, ਤੇ ਇਹਨਾਂ ਦੇ ਤੀਰਾਂ ਨੂੰ ਕਹਿ ਲੋ ਖਤਮ ਕਰਨ ਲਈ, ਕਾਮ ਦੇ ਤੀਰਾਂ ਨੂੰ ਖਤਮ ਕਰਨ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਖਾਲਸਾ ਜੀਓ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹੋਰ ਕੋਈ ਤੀਰ ਨਹੀਂ ਹੋਵੇਗਾ, ਹੋਰ ਕੋਈ ਜਪ ਤਪ ਨਹੀਂ ਚੱਲਦਾ। ਖਾਲਸਾ ਜੀ ਗੁਰੂ ਦੀ ਬਖਸ਼ਿਸ਼ ਚਲਦੀ ਹੈ। ਤੇ ਕਾਮ ਦੇ ਤੀਰਾਂ ਨੂੰ ਮਹਾਰਾਜ ਜੀ ਨੇ ਖਾਲਸਾ ਨਿਸ਼ਫਲ ਕਰਨ ਲਈ, ਖਤਮ ਕਰਨ ਲਈ ਮਹਾਰਾਜ ਜੀ ਨੇ ਬਖਸ਼ਿਸ਼ ਭਰੇ ਬਚਨ ਉਚਾਰਨ ਕੀਤੇ। ਸਤਨਾਮ ਸਿਮਰੋ ਸੁਖ ਪਾਰੀ, ਪਾਤਸ਼ਾਹ ਕਹਿਣ ਲੱਗੇ ਬੇਟਿਓ ਸਤਨਾਮ ਦਾ ਸਿਮਰਨ ਕਰੋ, ਇਹੀ ਸੁਖ ਦੇਣ ਵਾਲਾ ਹੈ। ਭਾਰੀ ਸੁਖ ਦੇਣ ਵਾਲਾ ਵਾਹਿਗੁਰੂ ਨਾਮ ਹੈ, ਵਾਹਿਗੁਰੂ ਨਾਮ ਜਪੋ। ਸਫਲ ਜਨਮ ਕਰ ਲਿਓ ਏ ਬਾਰੀ, ਇਸ ਵਾਰੀ ਆਪਣਾ ਜਨਮ ਸਫਲਾ ਕਰ ਲੋ, ਸਤਨਾਮ ਦਾ ਜਾਪ ਕਰ ਲੋ, ਮੌਕਾ ਹੈ ਹੁਣ। ਜੇ ਇਹ ਵਾਰੀ ਜਨਮ ਨਾ ਸਫਲਾ ਕਰ ਸਕੇ ਫਿਰ ਕਦੋਂ ਕਰਨਗੀਆਂ। ਵਿਸ਼ੇ ਸਾਧ ਮੈਂ ਬੈਸ ਨ ਖੋਵੋ, ਆਪਣੀ ਉਮਰ ਐਵੇਂ ਨਾ ਗਵਾਵੋ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਹਰ ਵੇਲੇ ਕਾਮ ਦੀ ਵਾਸ਼ਨਾ ਅਧੀਨ ਰਹਿ ਕੇ ਆਪਣਾ ਜੀਵਨ ਵਿਅਰਥ ਨਾ ਗਵਾਵੋ। ਹਰ ਕੋ ਭਜੋ ਮੁਕਤ ਸਭ ਹੋਵੋ, ਐ ਬੇਟਿਓ ਰੱਬ ਦਾ ਭਜਨ ਕਰੋ, ਤੁਹਾਨੂੰ ਸਭ ਤੋਂ ਤੁਹਾਨੂੰ ਮੁਕਤੀ ਦਾਨ ਮਿਲੇਗਾ, ਤੁਹਾਡੀ ਸਭ ਦੀ ਮੁਕਤੀ ਹੋਵੇਗੀ, ਫਿਕਰ ਨਾ ਕਰੋ। ਸੋਰਠਾ ਹਮ ਸੋ ਕੀਜੇ ਭੋਗ
ਪਨਤ ਪਈ ਪੁੰਨ ਅੰਗਨਾ। ਤੇ ਉਹ ਅੰਗਨਾ ਉਹ ਪਦਮਨੀ ਇਸਤਰੀ ਕਹਿਣ ਲੱਗੀ ਜੀ ਛੱਡੋ ਇਹਨਾਂ ਨੂੰ, ਤੁਸੀਂ ਕੀ ਕਹਿੰਦੇ ਸਤਨਾਮ ਦਾ ਭਜਨ ਕਰੋ, ਇਹਨੂੰ ਪਰੇ ਕਰੋ, ਪਹਿਲਾਂ ਸਾਡੇ ਨਾਲ ਆ ਕੇ ਤੁਸੀਂ ਭੋਗ ਵਿਲਾਸ ਕਰ ਲੋ। ਹੋ ਤੁਮ ਪੂਰਨ ਜੋਗ ਪੂਰਨ ਕਰੀਏ ਕਾਮਨਾ। ਤੁਸੀਂ ਜੈਸੇ ਮਰਜ਼ੀ ਪੂਰਨ ਜੋਗੀ ਹੋ, ਜੋ ਮਰਜ਼ੀ ਕਰੋ, ਪਰ ਇਸ ਵੇਲੇ ਆਪਣੀ ਕਾਮ ਦੀ ਵਾਸ਼ਨਾ ਪੂਰੀ ਕਰ ਲੋ। ਤਿਨ ਕੇ ਸੁਨ ਕਰ ਬੈਨ ਸ਼੍ਰੀ ਨਾਨਕ ਬੋਲਤ ਪਏ। ਉਹਨਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਮਹਾਰਾਜ ਨੇ ਫਿਰ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤਾ ਹੈ। ਹੋਏ ਹਿਰਦੇ ਸੁਖ ਚੈਨ ਸ਼ਬਦ ਕਮਾਵਨ ਕੀਜੀਐ। ਤੇ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਵੀ ਸ਼ਬਦ ਦੀ ਕਮਾਈ ਕਰੋ, ਤੁਹਾਡੇ ਮਨ ਵਿੱਚ ਚੈਨ ਆਨੰਦ ਸੁਖ ਮਿਲੇਗਾ ਤੁਹਾਡੇ ਮਨ ਨੂੰ। ਜਦੋਂ ਬਾਦਸ਼ਾਹ ਨੇ ਇਹ ਬਚਨ ਹੁਣ ਸ਼ਬਦ ਉਚਾਰਨ ਕੀਤਾ ਹੈ, ਸ਼੍ਰੀ ਮੁਖ ਵਾਕ ਆਸਾ ਘਰ ਛੇਵਾਂ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਰਾਗ ਵਿੱਚ ਇਹ ਪਾਵਨ ਸ਼ਬਦ ਹੈ ਖਾਲਸਾ ਜੀਓ। 6ਵੇਂ ਸੁਰ ਤਾਲ ਵਿੱਚ ਇਸ ਨੂੰ ਗਾਇਨ ਕਰਨਾ ਹੈ। ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਤਾਰੀ। ਪਾਤਸ਼ਾਹ ਕਹਿੰਦੇ ਸੁਣੋ ਬੇਟਿਓ, ਹਾਰ ਸ਼ਿੰਗਾਰ ਕਰਕੇ ਆਈਆਂ ਹੋ, ਭਲਾ ਹੋਵੇ ਤੁਹਾਡਾ। ਹੁਣ ਜਿਹੜਾ ਅੰਦਲਾ ਹਾਰ ਸ਼ਿਕਾਰ ਕਰਨਾ ਉਹ ਵੀ ਦੇਖ ਲਓ ਬੇਟਿਓ। ਮਨ ਮੋਤੀ ਜੇ ਗਹਿਣਾ ਹੋਵੇ, ਇਹ ਮਨ ਮੋਤੀ ਚੂਰ ਗਹਿਣਾ ਬਣ ਜਾਵੇ। ਇਹ ਐਸਾ ਮੋਤੀ ਗਹਿਣਾ ਬਣੇ ਜੇ ਇਹ ਹੋ ਜਾਵੇ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਤੇ ਹਵਾ ਵਿੱਚੋਂ ਧਾਗਾ ਬਣ ਜਾਵੇ। ਹਵਾ ਕੀ ਤੇ ਜਿਹੜੇ ਸਾਹ ਆ ਰਹੇ ਹਨ, ਇਹ ਸਾਹ ਵਾਹਿਗੁਰੂ ਸ਼ਬਦ, ਇਹ ਪਵਨ ਗੁਰੂ ਹੈ। ਜਿਹੜਾ ਪਵਨ ਗੁਰੂ ਵਾਹਿਗੁਰੂ ਸ਼ਬਦ ਹੈ, ਸਵਾਸ ਸਵਾਸ ਵਾਹਿਗੁਰੂ ਜਪਣਾ, ਇਹ ਵਿੱਚੋਂ ਧਾਗਾ ਲੰਘਾਉਣਾ ਹੈ ਮਨ ਵਿੱਚੋਂ। ਮਨ ਮੋਤੀ ਜੇ ਗਹਿਣਾ ਹੋਵੇ, ਕੌਣ ਹੋਵੇ ਸੂਤ ਧਾਰੀ। ਸੂਤ ਧਾਰਨ ਕਰਨਾ, ਧਾਰੀ ਕਹਿੰਦੇ ਧਾਰਨ ਕਰਨਾ। ਉਹ ਭਾਈ ਐਸਾ ਸੂਤਰ ਧਾਗਾ ਧਾਰਨ ਕਰੋ ਕਿ ਸਵਾਸ ਸਵਾਸ ਵਾਹਿਗੁਰੂ ਬਸ ਅੰਦਰ ਚੱਲਦਾ ਰਵੇ। ਬਸ ਇਹ ਮਨ ਨੂੰ ਵਿੰਨ ਕੇ ਲੰਘ ਜਾਵੇ। ਮੋਤੀ ਨੂੰ ਵਿੰਨ ਕੇ ਧਾਗਾ ਪੈ ਜਾਂਦਾ ਹੈ ਖਾਲਸਾ ਜੀ। ਮਨ ਨੂੰ ਵਿੰਨ ਕੇ ਇਹ ਵਾਹਿਗੁਰੂ ਸ਼ਬਦ ਸਵਾਸ ਸਵਾਸ ਅੰਦਰ ਚੱਲਦਾ ਰਵੇ, ਚੱਲਦਾ ਰਵੇ। ਬੇਟਿਓ ਇਹ ਗਹਿਣਾ ਪਾਓ, ਕਾਮ ਦੀ ਵਾਸ਼ਨਾ ਆਪੇ ਸ਼ਾਂਤ ਹੋ ਜਾਵੇਗੀ, ਆਪੇ ਸਹਿਜ ਰਸ ਪ੍ਰੇਮ ਆਵੇਗਾ। ਮਨ ਮੋਤੀ ਜੇ ਗਹਿਣਾ ਹੋਵੇ, ਇਹ ਗਹਿਣੇ ਪਾਓ ਨਾ। ਬਾਹਰਲੇ ਗਹਿਣੇ ਤਾਂ ਕਾਮ ਦੀ ਵਾਸ਼ਨਾ ਵਧਾਉਂਦੇ ਹਨ। ਉਹ ਮਨ ਨੂੰ ਮੋਤੀ ਬਣਾ ਲੋ, ਗਹਿਣਾ ਬਣਾ ਲੋ। ਸਵਾਸ ਸਵਾਸ ਸਿਮਰਨ ਮਨ ਦੇ ਵਿੱਚ ਚਲਾਓ, ਵਾਹਿਗੁਰੂ ਵਾਹਿਗੁਰੂ ਜਪੋ, ਆਪਣੇ ਆਪ ਹੀ ਮਨ ਟਿਕ ਜਾਵੇਗਾ। ਖਿਮਾ ਸਿੰਗਾਰ ਕਾਮਣ ਤਨ ਪੈਰੇ ਰਾਵੇ ਲਾਲ ਪਿਆਰੀ। ਫਿਰ ਖਿਮਾ ਦਾ ਸ਼ਿੰਗਾਰ ਕਰਨਾ। ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ। ਕਾਮਣ ਇਹ ਕਾਮਣੀ, ਇਹ ਇੱਛਾ ਵਾਲੀ ਆਪਣੇ ਸਰੀਰ ਤੇ ਖਿਮਾ ਦਾ ਸ਼ਿੰਗਾਰ ਧਾਰਨ ਕਰ। ਰਾਵੇ ਲਾਲ ਪਿਆਰੀ, ਜੋ ਲਾਲ ਪ੍ਰਮਾਤਮਾ ਹੈ ਉਹਨੂੰ ਤੁਸੀਂ ਫਿਰ ਉਹਦਾ ਆਨੰਦ ਮਾਣੋਗੇ। ਅੰਦਰ ਖਿਮਾ ਧਾਰਨ ਕਰੋ ਬਸ। ਖਿਮਾ ਕਹਿੰਦੇ ਕਿਸੇ ਦੀ ਵਧੀਕੀ ਨੂੰ ਦੇਖ ਕੇ ਮੁਆਫ ਕਰ ਦੇਣਾ, ਇਹ ਖਿਮਾ ਹੈ। ਕਿਸੇ ਦੇ ਔਗੁਣ ਵੇਖ ਕੇ ਉਹਨੂੰ ਅਣਡਿੱਠ ਕਰ ਦੇਣਾ, ਇਹ ਖਿਮਾ ਹੈ। ਕਿਸੇ ਦੇ ਕੌੜੇ ਵਚਨ ਸੁਣ ਕੇ ਅਣਸੁਣੇ ਕਰ ਦੇਣੇ, ਖਿਮਾ ਹੈ।
ਸਹਿਣ ਕਰਨਾ ਇਹ ਖਿਮਾ ਹੈ। ਚਾਰ ਤਰ੍ਹਾਂ ਦੀ ਮਹਾਂਪੁਰਖਾਂ ਨੇ ਰਹਿਣੀ ਦੱਸੀ ਹੈ, ਰਹਿਣੀ, ਬਹਿਣੀ, ਕਹਿਣੀ, ਸਹਿਣੀ। ਇਹ ਸਹਿਣੀ ਹੈ, ਰਹਿਣੀ, ਬਹਿਣੀ, ਕਹਿਣੀ, ਸਹਿਣੀ, ਇਹੀ ਤਾਂ ਖਿਮਾ ਹੈ, ਸਹਿਨ ਕਰਨਾ। ਕੋਈ ਕੌੜੇ ਵਚਨ ਕਹਿ ਰਿਹਾ ਹੈ, ਉਹ ਸੁਣ ਕੇ ਅਣਸੁਣੇ ਕਰ ਦੇਣੇ, ਕੁਛ ਨਹੀਂ ਕਹਿਣਾ, ਨੂੰ ਖਿਮਾ ਕਰ ਦੇਣੇ, ਇਹ ਭਲਾ ਹੋਵੇ ਤੇਰਾ। ਐ ਬੇਟੀ ਇਹ ਗਹਿਣਾ ਪਾਓ, ਇਹ ਸ਼ਿੰਗਾਰ ਕਰੋ, ਇਹ ਤੁਹਾਡੀ ਸੁੰਦਰਤਾ ਵਧਾਵੇਗਾ ਸਰੀਰ ਦੀ। ਖਿਮਾ ਸਿਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਪਿਆਰੀ। ਉਹ ਲਾਲ ਪ੍ਰਮਾਤਮਾ ਤਾਂ ਤੁਹਾਨੂੰ ਰਾਵੇਗਾ, ਤੁਹਾਨੂੰ ਪ੍ਰਾਪਤ ਕਰੇਗਾ, ਤੁਹਾਡਾ ਆਨੰਦ ਉਹ ਮਾਣੇਗਾ, ਤੁਸੀਂ ਉਹਦਾ ਆਨੰਦ ਮਾਣੋਗੀਆਂ। ਲਾਲ ਬਹੁ ਗੁਣ ਕਾਮਣ ਮੋਈ। ਐ ਕਾਮਣੀ, ਐ ਪਦਮਨੀ ਇਸਤਰੀ, ਐ ਮੇਰੇ ਮਨਾ, ਉਹ ਲਾਲ ਵਿੱਚ ਬੜੇ ਗੁਣ ਹਨ। ਲਾਲ ਬਹੁ ਗੁਣ, ਬਹੁ ਗੁਣ ਹਨ, ਉਹ ਸਾਰੇ ਗੁਣਾ ਕਰਕੇ ਭਰਪੂਰ ਹੈ ਵਾਹਿਗੁਰੂ। ਤੇ ਜਿਹੜੀ ਕਾਮਣ ਜੀਵ ਰੂਪੀ ਇਸਤਰੀ ਹੈ, ਉਹਦੇ ਗੁਣਾ ਕਰਕੇ ਮੋਹਿਤ ਹੋ ਜਾਵੇ। ਇਤਨੇ ਗੁਣ ਸਹਿਜ, ਟਿਕਾ, ਬਿਠ ਬੋਲਣਾ, ਸਹਿਨਸ਼ੀਲ, ਨਿਮਰਤਾ, ਸਵਾਸ ਸਵਾਸ ਸਿਮਰਨ, ਖਿਮਾ, ਇਹ ਸਾਰੇ ਗੁਣ ਉਸ ਵਾਹਿਗੁਰੂ ਵਿੱਚ ਹਨ। ਖਾਲਸਾ ਜੀਓ, ਲਾਲ ਬਹੁ ਗੁਣ ਕਾਮਣ ਮੋਹੀ। ਉਹਦੇ ਬੜੇ ਗੁਣਾ ਕਰਕੇ, ਬਹੁਤੇ ਗੁਣਾ ਕਰਕੇ ਕਾਮਣੀ ਜੀਵ ਰੂਪੀ ਇਸਤਰੀ ਉਹਦੇ ਵੱਲ ਮੋਹਿਤ ਹੋ ਗਈ ਹੈ, ਉਹਦੇ ਵੱਲ ਆਕਰਸ਼ਿਤ ਹੋ ਗਈ ਹੈ। ਤੇਰੇ ਗੁਣ ਹੋਏ ਨਾ ਅਵਰੀ। ਐ ਰੱਬ ਜੀ, ਐ ਲਾਲ ਜੀ, ਤੇਰੇ ਗੁਣ ਕਿਸੇ ਹੋਰ ਵਿੱਚ ਨਹੀਂ ਹੋਣੇ। ਤੇਰੇ ਗੁਣ ਹੋਏ ਨਾ ਅਵਰੀ, ਕਿਸੇ ਹੋਰ ਵਿੱਚ ਨਹੀਂ, ਤੇਰੇ ਵਿੱਚ ਹੀ ਹਨ। ਜੋ ਗੁਣ ਪ੍ਰਮਾਤਮਾ ਦੇ ਵਿੱਚ ਹਨ ਖਾਲਸਾ, ਕਿਸੇ ਬੰਦੇ 'ਚ ਨਹੀਂ ਹੋ ਸਕਦੇ। ਇੱਕ ਗੁਣ ਹੋਵੇਗਾ, ਦੋ ਹੋਣਗੇ, ਚਾਰ ਹੋਣਗੇ, 10 ਹੋਣਗੇ, ਨਾ, ਸਾਰੇ ਗੁਣਾ ਕਰਕੇ ਤਾਂ ਵਾਹਿਗੁਰੂ ਭਰਪੂਰ ਹੈ। ਐ ਮੇਰੇ ਲਾਲ, ਸਾਰੇ ਗੁਣ ਤੇਰੇ ਵਿੱਚ ਹੀ ਹਨ, ਤੇਰੇ ਵਰਗੇ ਗੁਣ ਹੋਰ ਕਿਸੇ ਵਿੱਚ ਨਹੀਂ ਹੋਣੇ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਹਰ ਹਰ ਹਾਰ ਕੰਠ ਲੈ ਪੈਰੇ, दामोदर दंत लेई। हर हर हार कंठ ले पहरे। वाहिगुरु वाहिगुरु ਇਹ ਹਾਰ ਗਲੇ ਦਾ ਬਣਾਉਣਾ ਹੈ। ਗਲਾ ਹਾਰ ਪਾਉਂਦਾ ਹੈ, ਗਲੇ 'ਚ ਹਾਰ ਪਾਉਂਦੇ ਕਿਹਦੇ ਲਈ? ਸ਼ਿੰਗਾਰ ਲਈ, ਲੋਕਾਂ ਨੂੰ ਵਿਖਾਉਣ ਲਈ। ਉਹ ਭਾਈ ਕਈ ਵਾਰੀ ਗਲੇ ਵੱਢ ਕੇ ਲੈਣੇ ਤੇ ਲੋਕੀ ਚੰਗਾ ਹਾਰ ਪਾਇਆ, ਉਹ ਕੀ ਗਲਾ ਹੀ ਵੱਢ ਕੇ ਲੈ ਕੇ ਲੈ ਤੇਰਾ, ਖਿੱਚ ਕੇ ਧਰੂ ਕੇ ਲੈ ਗਏ ਤੈਨੂੰ। ਜੇ ਵਾਹਿਗੁਰੂ ਨਾਮ ਸ਼ਬਦ ਦਾ ਹਾਰ ਪਾ ਲਿਆ ਫਿਰ ਜਮਕਾਲ ਵੀ ਧਰੂ ਕੇ ਨਹੀਂ ਲੈ ਕੇ ਜਾਣਗੇ। ਲੋਕੀ ਤਾਂ ਧਰੂ ਕੇ ਖਿੱਚ ਕੇ ਲੈ ਜਾਂਦੇ, ਜਿਹਦੇ ਹਿਰਦੇ 'ਚ ਹਰ ਹਰ ਹਾਰ ਕੰਠ ਲੈ ਪਹਿਰੇ, ਗਲੇ ਵਿੱਚ ਵਾਹਿਗੁਰੂ। ਇਹ ਗਲੇ ਤੋਂ ਅੰਦਰ ਜਾਵੇਗਾ ਖਾਲਸਾ ਜੀ। ਇਹ ਸਵਾਸ ਸਵਾਸ ਸਿਮਰਨ ਵਿੱਚ ਆਪੇ ਪਰੋ ਦੇਵੇਗਾ। दामोदर दंत लेही, दामोदर वाहिगुरु दाम उदर। द्वापर विच उस वेले दे अवतारी पुरख कृष्ण जी जो उस वेले दे परमात्मा रूप हैं, अज भी हैं, भावें शरीर बदल जाता है पर परमात्मा ही हैं। उहदे अनेक नाम रब दे। दाम रस्सी, उदर ढिड। ਉਹਨਾਂ ਦੇ ਖਾਲਸਾ ਜੀ ਢਿੱਡ ਨੂੰ ਬੰਨ੍ਹਣ ਲਈ ਔਖਲੀ ਨਾਲ ਉਹਨਾਂ ਨੂੰ ਮਾਂ ਨੇ ਰੱਸੀ ਨਾਲ ਬੰਦੀ ਗਈ।
ਪਰ ਰੱਸੀ ਨਾ ਪੂਰੀ ਹੋਈ, ਢਿੱਡ ਬੰਨਿਆ ਨਹੀਂ ਗਿਆ ਉਹਨਾਂ ਦਾ। ਉਸ ਵੇਲੇ ਨਾਮ ਪੈ ਗਿਆ ਦਾਮੋਦਰ। ਇਹ ਰੱਬ ਦੇ ਨਾਮ ਹਨ। ਭਾਵ ਕਹਿਣ ਦਾ ਰੱਬ ਦਾ ਨਾਮ ਇਹ ਕੀ ਦੰਤਾਸਾ ਲੈਣਾ ਹੈ। ਦੰਦਾਸਾ ਜਿਹੜੇ ਦੰਦਾਂ ਦਾ ਸ਼ਿੰਗਾਰ ਬਣਦਾ, ਦੰਦਾਂ ਦੀ ਸੋਭਾ ਬਣਾਉਂਦਾ ਹੈ। ਕਰ ਕਰ ਕਰਤਾ ਕੰਗਨ ਪਹਿਰੇ। ਕਰ ਕਰ ਕਰਤਾ ਕੰਗਨ ਪਹਿਰੇ। ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਹੱਥ ਵਿੱਚ ਕੰਗਨ ਪਾਣੇ ਹਨ। ਕਰ ਕਰ ਕਰਤਾ, ਕਰ ਕਰ ਵੱਖਰਾ ਵੱਖਰਾ ਹੈ। ਕਰ ਕਰਨਾ, ਕਰ ਹੱਥ ਵਿੱਚ, ਕਰਤਾ ਵਾਹਿਗੁਰੂ ਕਰਨਾ ਹੈ। ਵਾਹਿਗੁਰੂ ਨਾਮ ਜਪਣਾ, ਇਹ ਕੰਗਨ ਗ੍ਰਹਿਣ ਕਰਨਾ ਹੈ, ਕੰਗਣ ਪਾਣਾ ਹੈ। ਇਨ ਬਿਦ ਚਿੱਤ ਤਰੇ। ਇਸ ਤਰ੍ਹਾਂ ਮਨ ਨੂੰ ਟਿਕਾਓ। ਇਹ ਹੈ ਰੱਬ ਨੂੰ ਜੋੜਨ ਦੇ ਤਰੀਕਾ। ਬੇਟੀ ਇਸ ਤਰ੍ਹਾਂ ਕਰ ਲੈ, ਗਹਿਣਾ ਪਾਣਾ ਇਹ ਕਰ ਲੈ, ਕੰਗਨ ਪਾਣਾ ਇਹ ਪਾ। ਦਾਮੋਦਰ ਦਾ ਨਾਮ ਜਪਣਾ, ਆਪਣੇ ਦੰਦਾਂ ਦਾ ਦੰਦਾਸਾ ਬਣਾ ਲੈ। ਤੇ ਬੇਟੀ ਜੇ ਇਹ ਸ਼ੁਭ ਗੁਣ ਧਾਰਨ ਕਰ ਲਵੇਗੀ, ਕਦੀ ਕਾਮ ਦੀ ਵਾਸ਼ਨਾ ਨਹੀਂ ਪੈਦਾ ਹੋਵੇਗੀ। ਮਧੂਸੂਦਨ ਕਰ ਮੁੰਦਰੀ ਪੈਰੇ। ਮਧੂਸੂਦਨ, ਮਧੂ ਨਾਮ ਦੇ ਰਾਖਸ਼ ਨੂੰ ਮਾਰਨ ਕੇ ਨਾਮ ਕਰਕੇ ਪੈ ਗਿਆ ਮਧੂਸੂਦਨ। ਉਹ ਮਧੂਸੂਦਨ ਨਾਮ ਵਾਹਿਗੁਰੂ ਜਪਣਾ, ਇਹ ਆਪਣੇ ਹੱਥ ਵਿੱਚ ਮੁੰਦਰੀ ਪਾਣੀ ਹੈ। ਆਪਣੀ ਉਂਗਲ ਵਿੱਚ ਇਹ ਮੁੰਦਰੀ ਪਾਓ, ਇਹ ਅੰਗੂਠੀ ਪਾਓ। ਕਿ ਮਹਾਂਪੁਰਖ ਇਸ ਤਰ੍ਹਾਂ ਵੀ ਦੱਸਦੇ ਖਾਲਸਾ ਜੀਓ। ਸ਼ਲੋਕ 12 ਤੇ ਵਧੀਕ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਪਾਵਨ ਪੰਕਤੀ ਹੈ। ਗੁਰਮੁਖਾਂ ਕਰਾਂ ਉੱਪਰ ਸਿਮਰਿਆ ਸੇ ਪਾਇਨ ਮੋਖ ਦੁਆਰ। ਗੁਰਮੁਖ ਆਪਣੇ ਉਂਗਲ ਦੇ ਪੋਟਿਆਂ ਉੱਤੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਕਿ ਜਿਹੜੇ ਪੋਟੇ ਵਾਹਿਗੁਰੂ ਵਾਹਿਗੁਰੂ ਜਪਦੇ, ਹੱਥ ਵੀ ਪਵਿੱਤਰ ਹੋ ਜਾਂਦੇ ਹਨ। ਉਹ ਮਧੂਸੂਦਨ ਨਾਮ ਦੀ ਉਂਗਲੀ ਬਾਣੀ ਪਾਹੀ। ਭਾਵ ਇਹਨਾਂ ਹੱਥਾਂ ਦੇ ਪੋਟਿਆਂ ਤੇ, ਉਂਗਲੀਆਂ ਦੇ ਪੋਟਿਆਂ ਦੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਉਹ ਵਾਹਿਗੁਰੂ ਨਾਮ ਤੁਹਾਡੀ ਸੁਰਤੀ ਵਿੱਚ ਚਲੇ, ਇਹ ਮੁੰਦਰੀ ਧਾਰਨ ਕਰਨੀ ਹੈ। ਪਰਮੇਸ਼ਰ ਪਟ ਲਈ। ਕੱਪੜਾ ਕਿਹੜਾ ਪਾਈਏ ਜੀ? ਕੱਪੜਾ ਉਹ ਪਾਈਏ ਜਿਹੜਾ ਇੱਜ਼ਤ ਦਾ ਹੋਵੇ। ਕੱਪੜਾ ਪਾਣਾ ਹੀ ਤਾਂ ਇੱਜ਼ਤ ਬਣਦੀ ਖਾਲਸਾ ਜੀਓ। ਉਹ ਕੱਪੜਾ ਪਾ ਕੇ ਜਿਹੜੀ ਇੱਜ਼ਤ ਵੀ ਨਿਲਾਮ ਹੋ ਜਾਵੇ, ਉਹ ਕੱਪੜਾ ਵੀ ਨਾ ਪਾਓ। ਉਹ ਕੱਪੜੇ ਵੀ ਨਾ ਪਾਓ, ਅੱਧੇ 1.5 ਗਜ ਦੇ ਜਿਹੜਾ ਸਰੀਰ ਦਾ ਨੰਗੇਜ ਵੀ ਪੈਦਾ ਕਰਨ, ਉਹ ਵੀ ਨਾ ਪਾਈਏ। ਪਾਤਸ਼ਾਹ ਕਹਿੰਦੇ ਪਰਮੇਸ਼ਰ ਪਟ ਲਈ। ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਣਾ ਇਹੀ ਕੱਪੜਾ ਹੈ। ਇਹੀ ਮਨ ਦੇ ਵਿਕਾਰ ਨੂੰ ਢੱਕਣ ਲਈ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਕੱਪੜਾ ਧਾਰਨ ਕਰੀਏ। ਧੀਰਜ ਤੜੀ ਬੰਧਾਵੇ ਕਾਮਣ। ਐ ਕਾਮਣੀ, ਬੜੀ ਸੋਹਣੀ ਗੁੱਤ ਕਰਦੀ ਐ ਤੂੰ, ਬੜੀ ਸੋਹਣੀ ਮੇਢੀਆਂ ਕਰਦੀ ਐ। ਇਸ ਤਰ੍ਹਾਂ ਕਰ ਫਿਰ। ਧੀਰਜ ਧੜੀ ਬੰਧਾਵੇ ਕਾਮਣ। ਧੀਰਜ ਰੂਪੀ ਇਹ ਮੇਢੀ ਕਰ ਲੈ ਤੂੰ। ਇਸ ਸਰੀਰ ਦੇ ਕੇਸਾਂ ਦੇ ਕਹਿ ਲੋ ਹਾਰ ਸ਼ਿੰਗਾਰ ਹੋ ਰਿਹਾ ਹੈ। ਤੇ ਜਿਹੜਾ ਧੀਰਜ ਧਾਰਨ ਕਰਨਾ, ਹੌਸਲਾ ਧਾਰਨ ਕਰਨਾ, ਖਾਲਸਾ ਜੀ ਇਹ ਧਾਰਨ ਕਰੀਏ ਬਸ, ਕਿ ਮਨ ਟਿਕ ਜਾਵੇ ਸਾਡਾ। ਕਾਮ ਦੀ ਵਾਸ਼ਨਾ ਕਰਕੇ ਮਨ ਨਹੀਂ ਟਿਕਦਾ ਖਾਲਸਾ ਜੀਓ। ਇਹ ਸਾਰੇ ਗਹਿਣੇ ਵਾਸ਼ਨਾ ਵਧਾਉਣ ਵਾਲੇ ਹਨ। ਪਰ ਧੀਰਜ, ਹੌਸਲਾ, ਟਿਕਾ, ਸਹਿਜ, ਆਨੰਦ, ਇਹ ਨਾਮ ਸਦਕਾ ਹੀ ਆਉਣਾ ਹੈ। ਧੀਰਜ ਧੜੀ ਬੰਧਾਵੇ ਕਾਮਣ। ਐ ਕਾਮਣੀ, ਇਸ ਤਰ੍ਹਾਂ ਆਪਣੇ ਮਨ ਨੂੰ ਧੀਰਜ ਵਿੱਚ ਰੱਖ, ਬਹੁਤੀ ਕਾਹਲੀ ਨਾ ਪੈ, ਟਿਕੀ ਰਹਿ, ਨਾਮ ਦਾ ਜਾਪ ਜਾ। ਸ੍ਰੀ ਰੰਗ ਸੁਰਮਾ ਦੇ। ਸ੍ਰੀ ਰੰਗ ਵਾਹਿਗੁਰੂ ਜੋ ਸ਼੍ਰੋਮਣੀ ਹੈ, ਉਹਦੇ ਪ੍ਰੇਮ ਰੰਗ ਦਾ ਸੁਰਮਾ ਆਪਣੀ ਨੇਤਰਾਂ 'ਚ ਪਾ ਲੈ। ਤੇਰੇ ਨੇਤਰ ਫਿਰ ਇੱਕ ਨੂੰ ਵੇਖਣਗੇ, ਦਵੈਤ ਨੂੰ ਨਹੀਂ ਵੇਖਣਗੇ।
ਅੱਖਾਂ 'ਚ ਸੁਰਮਾ ਪਾਣਾ ਅੱਖਾਂ ਦਾ ਸ਼ਿੰਗਾਰ ਹੈ, ਸ਼ਿੰਗਾਰ ਕਰੀਏ ਪਰ ਇਹਨਾਂ ਅੱਖਾਂ ਵਿੱਚ ਸ੍ਰੀ ਰੰਗ ਸੁਰਮਾ ਦੇਈ। ਵਾਹਿਗੁਰੂ ਦਾ ਪ੍ਰੇਮ ਰੰਗ ਪਾਉਣਾ ਹੈ ਕਿ ਪ੍ਰੇਮ ਰੰਗ ਸਦਕਾ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਇਹ ਨਜ਼ਰ ਆ ਜਾਵੇ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਗੱਲ ਬਣ ਜਾਵੇ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਗੱਲ ਬਣ ਜਾਵੇ। ਐ ਬੇਟੀ ਆਪਣੇ ਨੇਤਰਾਂ ਵਿੱਚ ਇਸ ਤਰ੍ਹਾਂ ਸੁਰਮਾ ਪਾ ਲੈਣਾ, ਇਹ ਸੁਰਮਾ ਪਾ ਤੇਰੇ ਹਿਰਦੇ ਨੂੰ ਵੀ ਆਨੰਦ ਪੈਦਾ ਕਰੇਗਾ। ਮਨ ਮੰਦਰ ਜੇ ਦੀਪਕ ਜਾਲੇ, ਇਹ ਮਨ ਰੂਪੀ ਮੰਦਰ ਵਿੱਚ ਦੀਪਕ ਗੁਰੂ ਦੇ ਗਿਆਨ ਦਾ ਦੀਵਾ ਜਗਾ ਲੈ ਬਸ। ਮਨ ਮੰਦਰ ਜੇ ਦੀਪਕ ਜਾਲੇ, ਇਹ ਦੀਵਾ ਜਗਾ। ਵਾਹਿਗੁਰੂ ਨਾਮ ਦਾ ਦੀਵਾ ਆਪਣੇ ਹਿਰਦੇ ਜਗਾ। ਕੈਸੀ ਬਾਣੀ ਹੈ ਪਾਤਸ਼ਾਹ ਜੀ, ਦੇਖੋ ਆਪਣੇ ਆਪ ਮਨ ਵਿੱਚ ਦੀਵਾ ਬਾਲ ਦਿੰਦੀ ਹੈ। ਐ ਬੇਟੀ, ਐ ਪਦਮਣੀ ਇਸਤਰੀ, ਆਪਣੇ ਮਨ ਵਿੱਚ ਇਹ ਤੇਰਾ ਮਨ ਮੰਦਰ ਹੈ, ਘਰ ਹੈ, ਕਮਰਾ ਹੈ, ਮਹਲ ਹੈ। ਇਸ ਮਹਲ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਜਗਾ ਲੈ। ਕਾਇਆ ਸੇਜ ਕਰੇ, ਤੇ ਸੇਜ ਕਿਹੜੀ ਬਣਾ? ਸਰੀਰ ਦੀ ਸੇਜਾ ਬਣਾ ਲੈ। ਕਾਇਆ ਸੇਜ ਕਰੇਈ, ਇਹ ਕਾਇਆ ਤੇਰਾ ਸਰੀਰ, ਇਹ ਤੇਰੀ ਸੇਜਾ ਬਣ ਜਾਵੇ। ਗਿਆਨ ਰਾਓ ਜਬ ਸੇਜੈ ਆਵੇ, ਜੋ ਗਿਆਨ ਦਾ ਰਾਜਾ ਹੈ, ਰਾਉ ਰਾਜਾ ਹੈ, ਜੋ ਗਿਆਨ ਦਾ ਦਾਤਾ ਹੈ, ਜੋ ਆਤਮ ਗਿਆਨ ਦਾ ਭੰਡਾਰਾ ਅਕਾਲ ਪੁਰਖ ਵਾਹਿਗੁਰੂ, ਜਦੋਂ ਉਹ ਤੇਰੀ ਹਿਰਦੇ ਰੂਪੀ ਸੇਜਾ ਤੇ ਆਵੇਗਾ, ਜਦੋਂ ਵਾਹਿਗੁਰੂ ਆਪ ਤੇਰੇ ਹਿਰਦੇ 'ਚ ਆ ਕੇ ਵਸੇਗਾ, ਤਾਂ ਨਾਨਕ ਭੋਗ ਕਰੇ। ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਤਾਂ ਇਸ ਤਰ੍ਹਾਂ ਦੇ ਆਨੰਦ ਵਿੱਚ ਰਹਿੰਦੇ ਆ ਬੇਟੀ। ਤੁਹਾਡਾ ਆਨੰਦ ਹੋਵੇਗਾ ਸਰੀਰਿਕ ਭੋਗ, ਲਗਭਗ 2-2.5 ਮਿੰਟ ਦਾ ਸਵਾਦ, ਪਰ ਇਹ ਜਿਹੜਾ ਸਾਡਾ ਸਵਾਦ ਹੈ ਹਰ ਵੇਲੇ ਰਹਿੰਦਾ ਹੈ ਆਤਮ ਰਸ ਵਿੱਚ। ਅਸੀਂ ਡੁੱਬੇ ਰਹਿੰਦੇ ਹਾਂ, ਖੁੱਬੇ ਰਹਿੰਦੇ ਹਾਂ, ਲੀਨ ਰਹਿੰਦੇ ਹਾਂ, ਸਮਾਏ ਰਹਿੰਦੇ ਹਾਂ। ਇਹ ਹੈ ਅਸਲ ਸਾਡਾ ਰੱਬ ਨਾਲ ਮਿਲਾਪ ਹੁੰਦਾ ਹੈ। ਤਾਂ ਨਾਨਕ ਭੋਗ ਕਰੇਈ, ਇਹ ਮਿਲਾਪ ਹੈ ਸਾਡਾ, ਇਹ ਸਾਡਾ ਆਨੰਦ ਹੈ ਬੇਟੀ। ਇਸ ਤਰ੍ਹਾਂ ਇਹ ਸਮਝ ਲੈ। ਦੋਹਰਾ ਸਰਬ ਸ਼ਬਦ ਸਮਝਾਏ, ਸ਼੍ਰੀ ਨਾਨਕ ਜਗ ਕੰਤ। ਜਗਤ ਦੇ ਕੰਤ, ਜਗਤ ਦੇ ਦਾਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਪਾਤਸ਼ਾਹ ਨੇ ਸ਼ਬਦ ਰਾਹੀਂ ਸਭ ਕੁਝ ਸਮਝਾਤਾ ਨਾ, ਬਸ ਬਖਸ਼ਿਸ਼ ਹੀ ਹੁੰਦੀ ਹੈ। ਗੁਰੂ ਪਾਤਸ਼ਾਹ ਦੇ ਨੇਤਰਾਂ ਦੀ ਬਖਸ਼ਿਸ਼ ਹੀ ਇਤਨੀ ਹੈ ਕਿ ਉਸ ਪਦਮਨੀ ਦਾ ਹਿਰਦਾ ਆਪਣੇ ਆਪ ਹੀ ਬਦਲ ਗਿਆ। ਖਾਲਸਾ ਜੀ, ਬਸ ਕਮਾਲ ਹੈ। ਦੇਖੋ, ਜਿਨ੍ਹਾਂ ਨੇ ਕਦੀ ਆਤਮ ਰਸ ਨੂੰ ਮਾਣਿਆ ਹੀ ਨਹੀਂ, ਅੱਜ ਆਤਮ ਰਸ 'ਚ ਇਤਨੀ ਖੁੱਭ ਗਈਆਂ ਕਿ ਉੱਥੋਂ ਬਾਹਰ ਹੀ ਨਹੀਂ ਆਉਂਦੀਆਂ ਹਨ। ਅੰਦਰ ਹੀ ਆਪਣੇ ਪ੍ਰਮਾਤਮਾ ਨੂੰ ਦਰਸ਼ਨ ਕਰਨ ਲੱਗੇ ਵੀ ਰੱਬ ਤਾਂ ਅੰਦਰ ਬੈਠਾ ਹੈ। ਅਸੀਂ ਅਸਲ ਅੰਦਰ ਆਨੰਦ ਮਾਣਦੀਆਂ ਹਾਂ। ਸਾਡਾ ਇਹੀ ਆਨੰਦ ਹੈ ਜਦੋਂ ਉਧਰ ਲੀਨ ਹੋਈਆਂ। ਅਸ਼ਟਪਦੀ ਪੁਨ ਅਰਥ ਸੋ ਉਚਰੀ ਰਾਗ ਬਸੰਤ। ਰਾਗ ਬਸੰਤ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਫਿਰ ਇੱਕ ਅਸ਼ਟਪਦੀ 8 ਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕੀਤਾ, ਉਹਦੇ ਹਿਰਦੇ ਨੂੰ ਹੋਰ ਟੁੰਬਣ ਲਈ ਕਿ ਉਸ ਆਨੰਦ ਵਿੱਚੋਂ ਬਾਹਰ ਨਾ ਆ ਸਕੇ ਜਿਹੜਾ ਆਨੰਦ ਹਮੇਸ਼ਾ ਆਨੰਦ ਰਵਿਆ ਹੈ ਤੇ ਰਵੇਗਾ। ਉਹ ਮਹਾਰਾਜ ਹੁਣ ਅਸ਼ਟਪਦੀ ਹੈ, ਲੰਬੇਰੀ ਹੈ, ਤੇ ਖਾਲਸਾ ਜੀਓ 5-7 ਮਿੰਟ ਰਹਿ ਗਏ ਹਨ, ਉਹ ਸ਼ਬਦ ਪੂਰਾ ਹੋਣਾ ਦੇ ਵਿੱਚ ਰਹਿ ਜਾਣਾ ਹੈ। ਇਸ ਕਰਕੇ ਪਾਤਸ਼ਾਹ ਹੁਣ ਕਿਰਪਾ ਕਰਨ, ਉਹ ਗਿਆਨ ਮਹਾਰਾਜ ਕੱਲ ਦੇਣਗੇ ਸਾਰੇ ਦੁਨੀਆ ਪਰਥਾਏ, ਸਾਰੀ ਸੰਗਤਾਂ ਪਰਥਾਏ, ਪਦਮਨੀ ਇਸਤਰੀ ਪਰਥਾਏ। ਧੰਨ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾਤਾਰ,
ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦੋ ਤਿੰਨ ਖਾਸ ਬੇਨਤੀਆਂ ਹਨ। ਪਹਿਲੀ ਬੇਨਤੀ ਹੈ, ਸਮਾਂ ਕੱਲ ਤੋਂ ਤਬਦੀਲ ਕੀਤਾ ਜਾ ਰਿਹਾ ਹੈ। ਦਿਨ ਥੋੜੇ ਵੱਡੇ ਹੋ ਰਹੇ ਹਨ। ਰਹਿਰਾਸ ਸਾਹਿਬ ਦਾ ਸਮਾਂ ਥੋੜਾ ਜਿਹਾ ਖਾਲਸਾ ਜੀ ਲੇਟ ਕੀਤਾ ਗਿਆ ਹੈ। ਇਸੇ ਤਰ੍ਹਾਂ ਕੱਲ ਸ਼ਾਮ ਤੋਂ ਸ਼ਾਮ ਦੀ ਕਥਾ ਦਾ ਸਮਾਂ ਹੈ 4:15 ਤੋਂ ਲੈ ਕੇ 5:15 ਵਜੇ ਤੱਕ। ਫਿਰ ਬੇਨਤੀ ਹੈ, ਕੱਲ ਸ਼ਾਮ ਦੀ ਕਥਾ ਦਾ ਸਮਾਂ 4:15 ਤੋਂ ਲੈ ਕੇ 5:15 ਤੱਕ ਹੈ। ਇਸੇ ਤਰ੍ਹਾਂ ਇਹ ਸਮਾਂ ਅੱਗੇ ਵੀ ਤਬਦੀਲ ਕੀਤਾ ਗਿਆ ਹੈ। ਦੂਜੀ ਬੇਨਤੀ ਹੈ, ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ। ਆਪ ਸੰਗਤਾਂ ਭਲੀ ਪ੍ਰਕਾਰ ਜਾਣੋ ਹੋ ਕਿ ਬਸੰਤ ਪੰਚਮੀ ਦਾ ਪਾਵਨ ਜੋੜ ਮੇਲ ਜਿਸ ਦਿਹਾੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇੱਥੇ ਚਰਨ ਪਾਏ, ਪਟਿਆਲੇ ਧਰਤੀ ਨੂੰ ਭਾਗ ਲਾਏ ਮਹਾਰਾਜ ਜੀ ਨੇ, ਤੇ ਖਾਲਸਾ ਜੀ ਇਹ ਪਾਵਨ ਜੋੜ ਮੇਲ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਪਟਿਆਲੇ ਧਰਤੀ ਤੇ ਮਨਾਇਆ ਜਾਂਦਾ ਹੈ। ਜੇ ਕਿਸੇ ਦੇ ਘਰ ਵਿੱਚ ਕੋਈ ਵੱਡਾ ਸਮਾਗਮ ਹੋਵੇ, ਵਿਆਹ ਹੋਵੇ, ਫਿਰ ਕੀ ਕਰੀਦਾ? ਫਿਰ ਆਂਢ ਗੁਆਂਢ ਵਾਲੇ ਵੀ ਸੇਵਾ ਕਰਨੀ ਆ ਜਾਂਦੇ, ਚਲੋ ਵੀ ਅਸੀਂ ਸੇਵਾ ਕਰੀਏ। ਦੁਨੀਆ ਤੋਂ ਸੰਗਤਾਂ ਨੇ ਆਉਣਾ ਹੈ ਭਾਈ, ਦੂਰ ਦੁਰਾਡੇ ਤੋਂ ਆਉਣਾ। ਸੀ ਤਾਂ ਸਾਰੇ ਘਰ ਵਾਲੇ ਹੀ ਆ, ਤੇ ਘਰ ਵਾਲਿਆਂ ਨੇ ਸੇਵਾ ਕਰਨੀ ਹੈ। ਕੋਈ ਬਾਹਰੋਂ ਆ ਰਿਹਾ, ਉਹਦੇ ਲਈ ਲੋ ਜੀ ਇਸ ਤਰ੍ਹਾਂ ਰਸਤਾ ਛੱਡੋ, ਇਹ ਰਸਤਾ ਤੁਸੀਂ ਜਾਓ। ਪਹਿਲਾਂ ਲੰਗਰ ਦਾ ਪ੍ਰਬੰਧ ਕਰਨਾ, ਲੰਗਰ ਵਰਤਾਓ, ਲੰਗਰ ਦੀ ਰਸਤਾ ਬਸਤਾ ਲੈ ਕੇ ਆਈਏ। ਉਹਨਾਂ ਦੇ ਜੋੜਿਆਂ ਨੂੰ ਝਾੜਨਾ ਹੈ, ਉਹਨਾਂ ਦੀ ਦੇਖ ਰੇਖ ਦਾ ਪ੍ਰਬੰਧ ਕਰਨਾ ਹੈ। ਉਹ ਅਸੀਂ ਸਾਰੀ ਸੰਗਤਾਂ ਨੇ ਮਿਲ ਕੇ ਕਰਨਾ ਹੈ। ਖਾਲਸਾ ਅਸੀਂ ਪਟਿਆਲੇ ਸ਼ਹਿਰ ਦੇ ਘਰ ਵਾਲੇ ਹਾਂ, ਤੇ ਬਾਹਰੋਂ ਜਿਹੜੇ ਸੰਤ ਮਹਾਤਮਾ ਗੁਰੂ ਕੀ ਸੰਗਤਾਂ ਆਣਗੇ, ਉਹਨਾਂ ਦੇਖ ਰੇਖ ਸਭ ਨੇ ਕਰਨੀ ਹੈ। ਤੇ 4 ਅਤੇ 5 ਤਰੀਕ ਇਹ ਬਸੰਤ ਪੰਚਮੀ ਦੇ ਪਾਵਨ ਜੋੜ ਮੇਲ ਨੂੰ ਇਹ ਸਮਾਗਮ ਰੱਖੇ ਗਏ ਹਨ ਖਾਲਸਾ ਜੀਓ। ਤੇ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਸੰਗਤਾਂ ਨੇ ਵੱਧ ਚੜ ਕੇ ਸੇਵਾਵਾਂ ਕਰਨੀਆਂ, ਰਸਤਾਂ ਬਸਤਾਂ ਹਾਜ਼ਰ ਕਰਨੀਆਂ, ਜੋੜਿਆਂ ਦੀ ਸੇਵਾ ਕਰਨੀ, ਭੀੜ ਨੂੰ ਕੰਟਰੋਲ ਕਰਨਾ। ਹਾਂ, ਜਿਹੜੇ ਦੂਜੇ ਬੰਦੇ ਵੀ ਆਉਂਦੇ ਨੇ ਚੋਰ, ਉਹ ਡਾਂਗ ਵੀ ਫੇਰਨੀ ਹੈ। ਫਿਰ ਖਾਲਸਾ ਜੀ ਜੇ ਚੋਰ ਪਕੜੇ ਜਾਣ, ਡਾਂਗ ਫੇਰ ਦੇ ਕਰੋ ਥੋੜਾ ਬਹੁਤਾ, ਉਹ ਵੀ ਲੋੜ ਹੈ ਖਾਲਸਾ ਜੀਓ। ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਉਹਦੇ ਵੀ ਲੋੜ ਹੈ। ਉਹ ਵੀ ਸੇਵਾ ਕਰਨ ਵਾਲੇ ਸਿੰਘ ਸਾਡੇ ਕੋਲ ਹੈਗੇ ਹਨ। ਇਸ ਤਰ੍ਹਾਂ ਆਪ ਜੀ ਨੇ ਸਭ ਪ੍ਰਕਾਰ ਦੀ ਸੇਵਾ ਕਰ, ਲੰਗਰ ਛਕਣ ਦੀ ਵੀ, ਛਕਾਉਣ ਦੀ ਵੀ, ਨਾਮ ਰਸ ਵੀ ਮਾਣਨਾ ਹੈ। ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ। 4 ਅਤੇ 5 ਤਰੀਕ ਦਾ ਇਹ ਪਾਵਨ ਜੋੜ ਮੇਲ ਆਪ ਸੰਗਤਾਂ ਨੇ ਸ਼ਰਧਾ ਸਤਿਕਾਰ ਨਾਲ ਮਨਾਉਣਾ ਹੈ। ਅਤੇ ਮਹਾਨ ਸ਼ਹੀਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਕੱਲ ਆਗਮਨ ਦਿਹਾੜਾ ਹੈ ਖਾਲਸਾ ਜੀਓ। ਭਾਵੇਂ ਕਈ ਅੱਜ ਬਣਾ ਰਹੇ ਹਨ, ਪਰ ਖਾਲਸਾ ਜੀਓ ਜੋ ਪੰਥ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ ਦਿਹਾੜਾ, ਉਹ ਕੱਲ ਹੈ ਖਾਲਸਾ ਜੀਓ। ਕੱਲ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਹੈ। ਆਪ ਸੰਗਤਾਂ ਨੇ ਸ਼ਰਧਾ ਸਤਿਕਾਰ ਨਾਲ ਬਾਣੀ ਦਾ ਜਾਪ ਕਰਦਿਆਂ ਨਾਮ ਰਸ ਵਿੱਚ ਲੀਨ ਹੋ ਕੇ ਇਹ ਆਗਮਨ ਦਿਹਾੜਾ ਮਨਾਉਣਾ ਹੈ। ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਐਸੇ ਮਹਾਂਪੁਰਖਾਂ ਨੂੰ ਖਾਲਸਾ ਜੀ ਬਾਰ-ਬਾਰ ਪ੍ਰਣਾਮ ਵੀ ਕਰੀਏ। ਜਿਹੜੇ ਅਮਰ ਸ਼ਹੀਦ ਹਨ, ਉਹ ਸਾਰੀ ਸੰਗਤਾਂ ਦੇ ਅੰਗ ਸੰਗ ਹਨ, ਗੁਰੂ ਪਾਤਸ਼ਾਹ ਦੇ ਵਿੱਚ ਲੀਨ ਹਨ। ਸਤਿਗੁਰੂ ਪਾਤਸ਼ਾਹ ਆਪ ਸਾਡੇ ਸਭਨਾਂ ਤੇ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਨਾਮ ਰਸ, ਚੜ੍ਹਦੀ ਕਲਾ ਤੇ ਆਤਮ ਰਸ ਵਿੱਚ ਲੀਨ ਕਰਨ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਹੇ
ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸ हे ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ हे ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਤ हे ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਬੇਤ हे ਅਪਰੰਪਰ ਹਰ ਹਰੇ ਐ ਪੀਓ ਅਣਿਆਰ हे ਸੰਤ ਹੈ ਕੈ ਸਦਾ ਸੰਗ ਆਧਾਰ हे ਠਾਕੁਰ ਹੋ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕੇ ਹੋਤੇ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਸੋ ਤੇਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।